ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਇਰਾ, ਅਤ ਦੀਰਘ ਅਤ ਮੁੱਚ। ਓਏ ਜੇ ਆਵਹਿ ਆਸ ਕਰ, ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨ ਆਵਹਿ ਪਤ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਕੋ ਨਿਵੈ ਆਪ ਕਉ, ਪਰ ਕਉ ਨਿਵੈ ਨਾ ਕੋਇ। ਧਰ ਤਾਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ। ਸੀਸ ਨਵਾਇਐ ਕਿਆ ਥੀਐ, ਜਾ ਹਿਰਦੇ ਕਸੁਦੇ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਵਡਭਾਗੇ ਹੋ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ। ਅੱਜ 14ਵੀਂ ਪੌੜੀ ਦੀ ਵਿਚਾਰ ਜਿਹੜੀ ਉਹ ਆਰੰਭ ਹੋਣੀ ਹੈ। ਇਸ 14ਵੀਂ ਪੌੜੀ ਦੇ ਨਾਲ ਦੋ ਸ਼ਲੋਕ ਨੇ ਜਿਹੜੇ ਦੋਨੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਇਸ 14ਵੀਂ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਲਿਆ ਇਸ ਤਨ ਨੂੰ ਤੂੰ ਜਿੰਨਾ ਮਰਜ਼ੀ ਸ਼ਿੰਗਾਰ ਲਾ, ਜਿੰਨਾ ਮਰਜ਼ੀ ਸਾਂਭ ਕੇ ਰੱਖ ਲਾ, ਇੱਕ ਗੱਲ ਯਾਦ ਰੱਖੀ, ਇੱਕ ਦਿਨ ਨੂੰ ਤੈਨੂੰ ਇਸ ਸਰੀਰ ਨੂੰ ਛੱਡ ਕੇ ਦੁਨੀਆ ਤੋਂ ਤੁਰਨਾ ਪੈਣਾ ਹੈ। ਤੂੰ ਦੁਨੀਆ ਦੇ ਵਿੱਚ ਸਰੀਰ ਨੂੰ ਸ਼ਿੰਗਾਰਨ ਵਾਸਤੇ ਨਹੀਂ ਆਇਆ। ਇੱਥੇ ਤੂੰ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ, ਸ਼ੁਭ ਕਰਮ ਕਰਨ ਵਾਸਤੇ ਆਇਆ ਹੈ। ਇੱਕ ਗੱਲ ਯਾਦ ਰੱਖੀ, ਜਿਹੜੇ ਵੀ ਇਸ ਸਰੀਰਕ ਰੂਪੀ ਕੱਪੜੇ ਦੇ ਵਿੱਚ ਕਰਮ ਕਰੇਗਾ, ਚੰਗੇ ਜਾਂ ਮੰਦੇ, ਉਹਨਾਂ ਦਾ ਲੇਖਾ ਜੋਖਾ ਤੇਰੇ ਕੋਲ ਦਰਗਾਹ ਦੇ ਵਿੱਚ ਮੰਗਿਆ ਜਾਣਾ ਹੈ। ਜੇ ਸਾਰੀ ਉਮਰ ਪਾਪ ਕਰਦਾ ਰਿਹਾ ਤੇ ਸਤਿਗੁਰੂ ਪੌੜੀ ਦੀ ਸਮਾਪਤੀ ਤੇ ਅਸੀਂ ਪੜਾਂਗੇ, ਕਰ ਔਗਣ ਪਛੋਤਾਵਨਾ, ਤੈਨੂੰ ਇੱਥੋਂ ਪਛਤਾ ਕੇ ਤੁਰਨਾ ਪਵੇਗਾ। ਪੌੜੀ ਸਾਨੂੰ ਇਹ ਗੱਲ ਸਮਝਾ ਰਹੀ ਹੈ ਕਿ ਦੁਨੀਆ ਨੂੰ ਛੱਡ ਕੇ ਚਲਿਆ ਜਾਣਾ ਹੈ। ਕੀਤੇ ਹੋਏ ਪਾਪ ਜਿਹੜੇ ਨੇ ਤੇਰੇ ਨਾਲ ਜਾਣਗੇ ਤੇ ਤੈਨੂੰ ਪਛਤਾਉਣਾ ਪਵੇਗਾ। ਇਹ ਪੌੜੀ ਦਾ ਤੱਤ ਭਾਵ ਹੈ। ਇਹਦੇ ਨਾਲ ਦੋ ਸ਼ਲੋਕ ਲੱਗੇ ਨੇ ਤੇ ਦੋਨੇ ਸ਼ਲੋਕ ਜਿਹੜੇ ਨੇ ਇਹ ਗੁਣਵਾਨ, ਵਿਦਵਾਨ, ਗਿਆਨਵਾਨ ਮਨੁੱਖ ਦੀ ਜਿਹੜੀ ਹੈ ਉਹਦੀ ਰੂਪ ਰੇਖਾ ਬਿਆਨ ਕਰਦੇ ਨੇ। ਅੱਜ ਆਪਾਂ ਪਹਿਲੇ ਸ਼ਲੋਕ ਦੀ ਜਿਹੜੀ ਉਹ ਵਿਚਾਰ ਸਾਂਝੀ ਕਰਨੀ ਹੈ। ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਉਦਾਹਰਨਾਂ ਲਈਆਂ ਨੇ, ਉਹਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਭਲਿਆ ਸਿੰਮਲ ਦਾ ਰੁੱਖ ਜਿਹੜਾ ਉਹ ਬੜਾ ਉੱਚਾ ਵੇਖਿਆ ਜਾਂਦਾ ਏ, ਬੜਾ ਲੰਮਾ ਚੌੜਾ ਹੁੰਦਾ ਏ, ਪਰ ਇੰਨੇ ਲੰਮੇ ਚੌੜੇ ਹੋਣ ਦੇ ਬਾਵਜੂਦ ਵੀ ਉਹਦੇ ਜਿਹੜੇ ਫਲ ਨੇ, ਉਹਦੇ ਫੁੱਲ ਨੇ, ਉਹ ਕੰਮ ਨਹੀਂ ਆਉਂਦੇ। ਜੇ ਤੇਰੇ ਜੀਵਨ ਦੇ ਵਿੱਚੋਂ ਹੰਕਾਰ ਨਾ ਗਿਆ, ਜੇ ਤੇਰੇ ਅੰਦਰ ਮਿਠਾਸ ਨਾ ਆਈ,
ਤੇ ਸਤਿਗੁਰੂ ਕਹਿਣ ਲੱਗੇ ਯਾਦ ਰੱਖੀ ਤੇਰੇ ਇਸ ਜੀਵਨ ਦਾ ਕੋਈ ਲਾਭ ਨਹੀਂ ਆਉਣਾ। ਆਪਾਂ ਪਰਸੋਂ ਪੌੜੀ ਵਾਚਾਂਗੇ, ਪੌੜੀ ਤੇ ਇਹ ਕਰ ਔਗਣ ਪਛੋਤਾਵਨਾ। ਸਤਿਗੁਰਾਂ ਨੇ ਅੱਜ ਮੂਲ ਜਿਹੜਾ ਤੱਤ ਭਾਵ ਦਿੱਤਾ ਉਹ ਇਹ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਅਸਲ ਦੇ ਵਿੱਚ ਸਤਿਗੁਰੂ ਕਹਿਣ ਲੱਗੇ ਮਨੁੱਖ ਦੇ ਜਿੰਨੇ ਵੀ ਸ਼ੁਭ ਕਰਮ ਨੇ ਉਹਨਾਂ ਦਾ ਤੱਤ ਨਿਚੋੜ ਇਹ ਦੋ ਗੱਲਾਂ ਨੇ। ਪਹਿਲੀ ਗੱਲ, ਮਨੁੱਖ ਦੇ ਜਿਹੜੀ ਹੈ ਜ਼ੁਬਾਨ ਉਹ ਮਿਠਾਸ ਦੇ ਨਾਲ ਭਰ ਜਾਵੇ, ਤੇ ਜਿੱਥੇ ਜ਼ੁਬਾਨ ਤੇ ਮਿਠਾਸ ਆ ਜਾਂਦੀ ਉਹਦਾ ਹਿਰਦਾ ਜਿਹੜਾ ਨਿਮਰਤਾ ਦੇ ਵੱਲ ਆਪਣੇ ਆਪ ਹੀ ਝੁਕ ਜਾਂਦਾ ਹੈ। ਮੈਂ ਬੇਨਤੀ ਕਰਾਂ, ਜਿਹੜਾ ਹੰਕਾਰੀ ਮਨੁੱਖ ਹੈ ਉਹ ਝੁਕਣ ਨੂੰ ਤਿਆਰ ਨਹੀਂ। ਇਹ ਚਲੋ ਆਪਾਂ ਸ਼ਬਦ ਚ ਵਾਚਾਂਗੇ ਕੌਣ ਕਿਵੇਂ ਝੁਕਦਾ ਹੈ। ਜਿਹੜਾ ਹੰਕਾਰੀ ਹੈ ਉਹ ਝੁਕਦਾ ਨਹੀਂ, ਜਿਹੜਾ ਝੁਕਦਾ ਨਹੀਂ ਉਹਦੇ ਸ਼ਬਦਾਂ ਦੇ ਵਿੱਚ ਕਦੀ ਮਿਠਾਸ ਨਹੀਂ ਹੁੰਦੀ। ਹੰਕਾਰੀ ਮਨੁੱਖ ਦੇ ਬੋਲ ਸਾਡੇ ਸੀਨੇ ਨੂੰ ਵੱਜਦੇ ਨੇ ਤੇ ਸੀਨਾ ਜਿਹੜਾ ਚੀਰ ਕੇ ਰੱਖ ਦਿੰਦੇ ਨੇ। ਝੁਕਣ ਵਾਲੇ ਦੇ, ਨਿਮਰਤਾ ਵਾਲੇ ਦੇ ਬੋਲ ਸੀਨੇ ਨੂੰ ਵੱਜਦੇ ਨੇ ਤੇ ਉਹ ਮਲਮ ਪੱਟੀ ਲਾ ਕੇ ਤੇ ਸਾਡਾ ਜਿਹੜਾ ਘਾਇਲ ਹੋਇਆ ਸੀਨਾ ਉਹਨੂੰ ਆਰਾਮ ਦੇ ਜਾਂਦੇ ਨੇ। ਯਾਦ ਰੱਖਿਓ ਬੋਲਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਇਹੋ ਬੋਲ ਇੱਕ ਹੰਕਾਰੀ ਮਨੁੱਖ ਈਰਖਾਵਸ ਹੋ ਕੇ ਬੋਲਦਾ ਤੇ ਬਣੇ ਰਿਸ਼ਤੇ ਜਿਹੜੇ ਨੇ ਉਹ ਟੁੱਟ ਕੇ ਚਕਨਾਚੂਰ ਹੋ ਜਾਂਦੇ ਨੇ। ਕੋਈ ਇੱਕ ਮਨੁੱਖ ਪ੍ਰੇਮ ਦੇ ਵਿੱਚ ਭਿੱਜ ਕੇ ਜਿਹੜੇ ਨਿਮਰਤਾ ਦੇ ਨਾਲ ਚੰਦ ਸ਼ਬਦ ਬੋਲਦਾ ਹੈ ਤੇ ਕਈ ਸਾਲਾਂ ਦੇ ਟੁੱਟੇ ਹੋਏ ਰਿਸ਼ਤੇ ਵੀ ਕਈ ਵਾਰੀ ਜੁੜ ਜਾਇਆ ਕਰਦੇ ਨੇ। ਮੈਂ ਬੇਨਤੀ ਕਰਾਂ, ਅੱਜ ਦਾ ਜਿਹੜਾ ਸ਼ਲੋਕ ਹੈ ਨਾ, ਇਹਦੇ 'ਚ ਬੜੀਆਂ ਗੱਲਾਂ ਸਮਝਣ ਵਾਲੀਆਂ ਨੇ। ਸਤਿਗੁਰਾਂ ਨੇ ਸਾਨੂੰ ਜਿਹੜਾ ਉਹ ਪਖੰਡੀਆਂ ਤੋਂ, ਦੰਭੀਆਂ ਤੋਂ ਬਚਾਇਆ ਵੀ ਇਹਨਾਂ ਲੋਕਾਂ ਤੋਂ ਬਚ ਜਿਓ ਤੁਸੀਂ ਆਪਣੇ ਜੀਵਨ 'ਚ ਕਾਮਯਾਬ ਹੋਣਾ ਹੈ। ਤੇ ਮੈਂ ਗੱਲ ਨੂੰ ਜ਼ਿਆਦਾ ਨਾ ਲਮਕਾਵਾਂ। ਸਤਿਗੁਰੂ ਜੀ ਸ਼ਲੋਕ 'ਚ ਬਖਸ਼ਿਸ਼ ਕਰਦੇ ਨੇ। ਸ਼ਲੋਕ ਮਹੱਲਾ ਪਹਿਲਾ, ਇਹ 14ਵੀਂ ਪੌੜੀ ਦਾ ਪਹਿਲਾ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ। ਸਤਿਗੁਰੂ ਕਹਿ ਲਗੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਸਰਾਇਰਾ ਜਿਹੜਾ ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਸਰ ਪਲੱਸ ਆਇਰਾ। ਸਰ ਕਹਿੰਦੇ ਨੇ ਤੀਰ ਨੂੰ, ਆਇਰਾ ਦਾ ਅਰਥ ਕਰਾਂਗੇ ਵਰਗਾ, ਭਾਵ ਤੀਰ ਵਰਗਾ ਸਿੱਧਾ। ਤੀਰ ਸਿੱਧਾ ਹੁੰਦਾ ਹੈ। ਸਿੰਬਲ ਇਹ ਇੱਕ ਰੁੱਖ ਦਾ ਨਾਮ ਹੈ। ਯਾਦ ਰੱਖਿਓ ਅੱਜ ਸਾਨੂੰ ਬਹੁਤਾ ਜਿਹੜਾ ਉਹ ਸਿੰਬਲ ਦਾ ਰੁੱਖ ਵੇਖਣ ਨੂੰ ਨਹੀਂ ਮਿਲਦਾ। ਕਈ ਵਾਰੀ ਅਸੀਂ ਸਪੈਦੇ ਦੇਖਦੇ ਹਾਂ, ਸਪੈਦਾ ਜਿਹੜਾ ਉਹ ਬੜਾ ਤਾਂ ਜਾਂਦਾ, ਬੜਾ ਸਿੱਧਾ ਹੁੰਦਾ ਹੈ। ਪਰ ਸਪੈਦਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਈ ਵਾਰੀ ਵਿੰਗਾ ਵੀ ਹੋ ਜਾਂਦਾ ਹੈ ਜਾਂ ਉਹਦੀਆਂ ਸ਼ਿਖਾਵਾਂ ਨਿਕਲ ਜਾਂਦੀਆਂ ਨੇ। ਪਰ ਜਿਹੜਾ ਸਿੰਬਲ ਦਾ ਰੁੱਖ ਹੈ ਇਹ ਬਹੁਤ ਜ਼ਿਆਦਾ ਉੱਚਾ ਲੰਬਾ ਹੁੰਦਾ ਹੈ ਤੇ ਬਿਲਕੁਲ ਐ ਸਿੱਧਾ ਹੁੰਦਾ ਜਿਵੇਂ ਤੀਰ ਖੜਾ ਕੀਤਾ ਹੁੰਦਾ ਹੈ। ਜੋ ਸਤਿਗੁਰੂ ਇਹਦੀ ਪਹਿਲਾਂ ਆਪਾਂ ਦੋ ਪੰਕਤੀਆਂ ਦੇ ਅੱਖਰੀ ਅਰਥ ਕਰਾਂਗੇ, ਭਾਵ ਅਰਥ ਫੇਰ ਹੋਣਗੇ। ਸਿੰਬਲ ਦਾ ਰੁੱਖ, ਸਿੰਬਲ ਰੁੱਖ ਸਰਾਇਰਾ। ਕਹਿੰਦੇ ਸਿੰਬਲ ਦਾ ਰੁੱਖ ਜਿਹੜਾ ਇਹ ਬਿਲਕੁਲ ਐ ਤੀਰ ਵਾਂਗ ਸਿੱਧਾ ਹੈ। ਕੱਲਾ ਸਿੱਧਾ ਨਹੀਂ, ਅਤ ਦੀਰਘ ਅਤ ਮੁੱਚ। ਦੀਰਘ ਦਾ ਅਰਥ ਕਰਾਂਗੇ ਬੜਾ ਲੰਮਾ, ਮੁੱਚ ਦਾ ਅਰਥ ਕਰਾਂਗੇ ਚੌੜਾ ਵੀ ਹੈ। ਜਿਹੜਾ ਜ਼ਿਆਦੀ ਹਾਈਟ ਵਾਲਾ ਹੈ, ਜਿਹੜਾ ਜ਼ਿਆਦਾ ਲੰਬਾ ਹੈ, ਉਹ ਜੇ ਪਤਲਾ ਹੋਵੇਗਾ ਰੁੱਖ ਤੇ ਹਵਾ ਦੇ ਨਾਲ ਟੁੱਟ ਜਾਵੇਗਾ। ਇਹ ਚੰਗਾ ਮੋਟਾ ਤਾਜ਼ਾ, ਇਹਦਾ ਤਣਾ ਜਿਹੜਾ ਕਾਫੀ ਮੋਟਾ ਹੁੰਦਾ ਸਿੰਬਲ ਦੇ ਰੁੱਖ ਦਾ। ਇਹ ਲੰਬਾ ਵੀ ਬੜਾ ਹੈ, ਇਹ ਮੋਟਾ ਤਾਜ਼ਾ ਵੀ ਹੈ, ਸ਼ੇਪ ਬੜੀ ਸੋਹਣੀ ਐ ਗੁਲਾਈ ਦੇ ਨਾਲ ਬੜਾ ਸਿੱਧਾ ਤਾਂ ਨੂੰ ਜਾਂਦਾ ਹੈ। ਸਤਿਗੁਰੂ ਕਹਿੰਦੇ ਇਹਨੂੰ ਜਿਹੜੇ ਫਲ ਵੀ ਲੱਗਦੇ ਨੇ, ਫੁੱਲ ਵੀ ਲੱਗਦੇ ਨੇ, ਪੱਤੇ ਵੀ ਲੱਗਦੇ ਨੇ। ਪਰ ਅੱਗੇ ਸਤਿਗੁਰੂ ਕਹਿਣ ਲੱਗੇ ਇਹ ਕਿਸੇ ਕੰਮ ਦੇ ਨਹੀਂ ਆਉਂਦੇ। ਕਿਉਂ ਨਹੀਂ ਕੰਮ ਆਉਂਦੇ? ਕਹਿਣ ਲੱਗੇ ਓਏ ਜੇ ਆਵਹਿ ਆਸ ਕਰ। ਓਏ ਦਾ ਅਰਥ ਕਰਾਂਗੇ ਉਹ, ਭਾਵ ਅਰਥ ਕਰਾਂਗੇ ਪੰਛੀ। ਹੁਣ ਪੰਛੀ ਕੀ ਕਰਦੇ ਨੇ ਕਿ ਇਹਦੇ ਜਿਹੜੇ ਫਲ ਨੇ ਉਹ ਤੋਤੇ ਆ ਗਏ ਜਾਂ ਹੋਰ ਪੰਛੀ ਆ ਗਏ ਉੱਡ ਕੇ ਆਉਂਦੇ ਨੇ ਕਿ ਸ਼ਾਇਦ ਇਹਦੇ ਸਿੰਬਲ ਦੇ ਜਿਹੜੇ ਫਲ ਨੇ ਖਾਵਾਂਗੇ ਤੇ ਸਾਡੀ ਪੇਟ ਦੀ ਪੂਰਤੀ ਹੋਵੇਗੀ, ਸਵਾਦ ਹੋਣਗੇ। ਪਰ ਹੈਰਾਨੀ ਦੀ ਗੱਲ ਹੈ ਜਿਸ ਵੇਲੇ ਇਸ ਸਿੰਬਲ ਦੇ ਫਲ ਦੇ ਵਿੱਚ ਚੁੰਝ ਮਾਰੀ ਜਾਂਦੀ ਹੈ, ਸਤਿਗੁਰੂ ਕਹਿਣ ਲੱਗੇ ਉਹਦੇ ਵਿੱਚੋਂ ਉਹਨਾਂ ਨੂੰ ਕੁਝ ਵੀ ਅਰਥ ਨਹੀਂ ਲੱਗਦਾ। ਕਹਿਣ ਲੱਗੇ ਓਏ ਜੇ ਆਵੈ, ਉਹ ਜੇ ਆਉਂਦੇ ਨੇ। ਇਹਦਾ ਪਾਠ ਜੇ ਨਹੀਂ ਕਰਨਾ, ਜੱਜੇ ਨੂੰ ਸਿਹਾਰੀ ਹੈ। ਮੈਂ ਪਰਸੋਂ ਵੀ ਕਿਹਾ ਸੀ ਸਿਹਾਰੀ ਤੇ ਲਾਂ 'ਚ ਥੋੜਾ ਫਰਕ ਹੁੰਦਾ ਹੈ। ਓਏ ਜੇ ਆਵੈ ਆਸ ਕਰ। ਜੇ ਕੋਈ ਆਸ ਲੈ ਕੇ ਪੰਛੀ ਜਿਹੜਾ ਏ ਉਹ ਇਹਨਾਂ ਸਿੰਬਲ ਦੇ ਫਲਾਂ ਦੇ ਕੋਲ ਆ ਜਾਂਦਾ। ਜਾਹੇ ਨਿਰਾਸੇ ਕਿਤ। ਕਿਤ ਦਾ ਅਰਥ ਕਰਾਂਗੇ ਕਿਉਂ। ਇੱਕ ਵਚਨ ਹੈ, ਸਵਾਲ ਹੈ। ਸਤਿਗੁਰੂ ਕਹਿੰਦੇ ਉਹ ਜਿਹੜੇ ਸਿੰਬਲ ਦੇ ਰੁੱਖ ਦੇ ਫਲਾਂ ਦੇ ਕੋਲ ਪੰਛੀ ਆਉਂਦੇ ਨੇ, ਚੁੰਝ ਮਾਰਦੇ ਨੇ, ਪਰ ਉਹਨਾਂ ਫਲਾਂ ਨੂੰ ਖਾ ਕੇ ਨਹੀਂ ਜਾਂਦੇ, ਵਾਪਸ ਚਲੇ ਜਾਂਦੇ ਨੇ। ਇਹ ਕਿਉਂ ਵਾਪਸ ਚਲੇ ਜਾਂਦੇ ਨੇ? ਇਹਨੂੰ ਫਿਰ ਪੰਕਤੀ ਨੂੰ ਸਮਝ ਲਈਏ।
ओए जे आवै आस कर। इस सिमल के रुख के जिहड़े फल ने इन्हां दे उत्ते पंछी आउंदे ने आस लैके कुछ खाण नूं मिलेगा, पर वो खाण तो बिना ही चले जाते हैं। जाहे निरासे कित निराश, निराश होना, दुखी होके चले जाना, बनया कुछ नहीं, गल नहीं बनी, क्यों चले जाते हैं। उहदा नाल ही सतगुरु जवाब देंदे, कहंदे इन्हां कोलों वापस तां पंछी जाते हैं फल फिक्के फुल बक बके, कम ना आवे पत्त। पत्त का अर्थ है पत्तर। तीन चीज़ां हुंदियां ने, पत्ते हुंदे ने, फल हुंदे ते फुल हुंदे ने। एक चीज़ फिक्की हुंदी, एक बक बकी हुंदी है। फिक्की चीज़ दे विच जिहड़ा वो मिठास जां नमकीन पा के उहदा स्वाद बना लिया जाता है। कोई चाह पी रहा, कहंदा चाह फिक्की है, उहदे विच जिहड़ी है खंड पा के ते आपां उहदी मिठास बना सकते हैं। सब्जी दे विच फिक्की है, लूण मिर्च घट है, अचार नाल लैके काम चलाया जा सकता, वो फिक्का है। एक चीज़ फिक्की है, एक बक बकी हुंदी है। जिहड़ी सब्जी बक बकी होवे उहनूं चार नाल नहीं खाधा जाता, कई बारी दोबारा तड़का लाउणा पैंदा है। ये फल जिहड़े ने सतगुरु समझा रहे ने, कह लगे फल फिक्के, कहंदे फल फिक्के ने, उन्हां दे विच रस नहीं भरिया। फुल बक बके, फुल्लां नूं मूँह च पा के वेख्या वो भी बक बके सन, ना फलां दे पल्ले ना फुल्लां दे कुछ पल्ले है। कम ना आवे पत्त, कहंदे पत्ते भी कम नहीं आउंदे। उहदा कारण ये उच्चा ही इन्ना क है, पत्ते छां करदे ने, इहदी छां भी जमीन ते कोई नहीं पहुँचदी। फल फिक्के फुल बक बके, कम ना आवे पत्त। अगे शब्द है मिठत नीवी नानका। मिठत का अर्थ करांगे मिठास, नीवी का अर्थ करांगे निमरता। कहते जिहड़ी चीज़ नीवी है उहदे कोल निमरता होवेगी। पहला अखरी अर्थ मैं कर रहा, मिठत नीवी नानका गुण चंगियाइयां तत्त। जिहड़े मनुख दे गुण ने, जिन्ने भी चंगे गुण ने शुभ, उन्हां दा तत्त इहो ही है कि जिस मनुख दे हिरदे दे विच निमरता आ जाती, उहदी रसना दे उत्ते मिठास भी आ जाती है। ये पहलियां चार पंक्तियां दे मैं अर्थ कीते ने, हुण इहदे आपां भाव अर्थ वल जाने। सतगुरां ने यह संकेत दिता सिंबल दे रुख दा, पर इहदा जिहड़ा वो कर अवगुण पछोतावना पौड़ी दे नाल की संबंध होया। ये असल दे विच संकेत है उन्हां लोकां दा जिहड़े धनाड़ ने, जिहड़े गुणवान ने, जिहड़े विद्वान ने, पर वो किसी दे पल्ले कुछ नहीं पाउंदे। सतगुरु कहंदे इहो जिहे मनुख किसी काम नहीं आउंदे। हुण इहदे पहिलां अखरी अर्थ कीते, हुण आपां इहनूं थोड़ा समझ लईए। देखो सिम्मल का रुख बड़ा उच्चा लम्मा चौड़ा है, बड़ा तना मोटा है, फल बड़े सोहणे ने, पत्ते बड़े वधिया ने, इहदे पर किसी काम नहीं आउंदे। कुछ मनुख इदां दे मिलणगे। आपां धर्म की दुनिया की गल करिए, वेखण नूं शरीर बड़ा सोहना ऐ, रिष्ट पुष्ट ने, गल दे विच पाया होया बाणा, चोला पाया, कुर्ता पजामा पाया, जां जो भी तन ते भेख धारण किया बड़ा सोहना किया होया है, तन ते पाया होया पहरावा बड़ा चंगा है। तो जिहड़ा मनुख जिहदे कोल कुछ नहीं है, वो उहदे कोल जांदा है कि शायद इहदे कोलों मैनूं कुछ सीखण नूं मिल जाएगा। इहनूं फेर समझ लईए, एक खाली मनुख भरे दे कोल जांदा है, खाली जिहड़ा भरे दे कोल जावेगा मैनूं कुछ मिलेगा। एक गरीब अमीर दे कोल जांदा मैनूं इहदे कोलों कुछ मिलेगा। एक कमज़ोर बलवान दे कोल जांदा कि मैनूं इहदे कोलों सहायता मिलेगी। एक वो मनुख जिन्हों धर्म का ज्ञान कोई नहीं, एक वो मनुख जिहड़ा दुखां दा मारिया होया है, एक वो मनुख जिहड़ा रब दे नाम की चेटक रखदा है, वो किसी चंगे भले साधु संत दे जां इउं कह दईए किसी धार्मिक शख्सियत दे कोल जांदा है कि इहदे कोलों कोई शुभ गुण नूं सीखण नूं मिलेगा, कोई बाणी सीखण नूं सुनन वास्ते मिलेगी। सतगुरु कहंदे जे उहदे जीवन नहीं पल्ले हैगा तो उहदा हाल भी सिमल दे रुख वर्गा है। इनू फिर समझो, अज साडे कोल बहुतांत जिहड़े एक कौमी आगू ने वो इहो जिहे सिमल दे रुख वर्गे ने। अज साडे जिहड़े तन दे पहरावे बड़े सोहणे ने, इहदे च कोई शक नहीं। मैं पिछले दिनों भी कहा सी, एक हीरो की पोशाक बड़ी महंगी आउंदी है, तो सुखना अज साडे बाबियां दी पोशाकां भी बड़ियां महंगियां आउंदियां ने। तन दे उत्ते पोशाक पाई है, खा पी के गोगड़ बड़ी सोहनी वड्डी कीती हुंदी है, वेखण नूं लगदा भी बाबा बड़ा सोहना तुरिया फिरदा, नाल दो चार चेले ने, अगे पिछे गड्डियां घुमदियां ने। कई बारी मनुख भुलेखा खा जाता शायद इहो संत पूरा होना है, इहो ही महान होवेगा, इहो ब्रह्म ज्ञानी होवेगा। एक गल याद रखियो, बाहर दा भेख कदी भी अंदर दी तुहाडी जिहड़ी है वो शख्सियत नूं बयान नहीं कर सकदा। बाहर तन दा लिबास ये धर्म की दुनिया दे विच कोई मायने नहीं रखदा। हो सकदा जिहड़ा गरीब रक्षा पाउंदा है, हो सकदा जिहड़ा कूड़ा करकट चुकदा है, ਉਹਦੇ अंदर भी रब ने ब्रह्म का ज्ञान बख्शिया होवे।
ਤੇ ਜੇ ਨਾ ਹੋਵੇ ਤੇ ਇੱਕ ਅੰਮ੍ਰਿਤ ਬਾਣੀ ਦਾ ਬਚਨ ਹੈ, ਕਹਿਣ ਲੱਗੇ ਜਿਹੜੇ ਧਰਮੀ ਮਨੁੱਖ ਤਨ ਦੇ ਉੱਤੇ ਭੇਖ ਧਾਰਨ ਕਰੀ ਫਿਰਦੇ ਨੇ, ਪੱਲੇ ਉਹਨਾਂ ਦੇ ਕੁਛ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਇਹੋ ਜਿਹੇ ਠੱਗ ਤੁਰੇ ਫਿਰਦੇ ਨੇ, ਇਹਨਾਂ ਨੂੰ ਤੁਸੀਂ ਸੰਤ ਮਹਾਤਮਾ ਨਾ ਆਖਿਓ। ਉਹ ਅਸੀਂ ਬਚਨ ਪੜ੍ਹਦੇ ਹਾਂ, ਜੇ ਸਾਡੇ ਤਹਿਤ ਹੈ ਧੋਤੀਆਂ 3.5 ਗਜ ਦੀਆਂ ਧੋਤੀਆਂ ਬੰਨੀ ਫਿਰਦੇ ਨੇ, ਇੱਕ ਬੱਦੀ ਹੁੰਦੀ ਇੱਕ ਮੋਢੇ ਤੇ ਰੱਖੀ ਹੈ। ਗਜ ਸਾਡੇ ਤਹਿਤ ਹੈ ਧੋਤੀਆਂ ਤੇਹਰੇ ਪਾਇਨ ਤਗ, ਗੱਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਹੱਥ 'ਚ ਲੋਟੇ ਫੜੇ ਨੇ, ਗਲਾਂ 'ਚ ਜਪ ਮਾਲਾ ਪਾਈਆਂ ਨੇ। 2 ਧੋਤੀਆਂ ਨੇ, ਇੱਕ ਤੇੜ ਬੱਦੀ ਇੱਕ ਮੋਢੇ ਤੇ ਰੱਖੀ ਹੈ ਕਿ ਮੈਂ ਇਹਨੂੰ ਜੂਠੀ ਨਹੀਂ ਹੋਣ ਦੇਵਾਂਗਾ, ਜੰਗਲ ਪਾਣੀ ਜਾਵਾਂਗਾ ਨਹਾ ਕੇ ਦੂਜੀ ਬਦਲ ਲਾਂਗਾ। ਅੱਜ ਸਾਡੇ ਸਿੱਖਾਂ ਦਾ ਵੀ ਇਹੋ ਹਾਲ ਹੈ। 2 ਕਛਹਿਰੇ ਨਾਲ ਚੁੱਕੀ ਫਿਰਦੇ ਨੇ, ਗਲ 'ਚ ਮਾਲਾ ਪਾਈ ਫਿਰਦੇ ਨੇ, ਹੱਥਾਂ 'ਚ ਕਿਰਪਾਨਾਂ ਫੜੀ ਫਿਰਦੇ ਨੇ। 2 ਸ੍ਰੀ ਸਾਹਿਬ ਨੇ, ਇੱਕ ਥੱਲਿਓਂ ਦੀ ਪਾਈ ਹੁੰਦੀ ਹੈ ਛੋਟੀ ਜੀ, ਇੱਕ ਉੱਤੋਂ ਦੀ 9 ਇੰਚੀ ਵੱਡੀ ਪਾਈ ਹੁੰਦੀ ਹੈ, ਇੱਕ 3 ਫੁੱਟੀ ਵੱਖਰੀ ਫੜੀ ਹੁੰਦੀ ਹੈ। ਮੈਂ ਇਹਨਾਂ ਦਾ ਖੰਡਨ ਨਹੀਂ ਕਰ ਰਿਹਾ, ਪਰ ਮੈਂ ਜੋ ਬਾਣੀ ਦੇ ਅਰਥ ਉਹ ਕਰ ਰਿਹਾ। ਯਾਦ ਰੱਖਿਓ ਇਹ ਇੱਕ ਕੇਵਲ ਤੇ ਕੇਵਲ ਪਹਿਰਾਵਾ ਹੈ। ਗਜ ਸਾਡੇ ਤਹਿਤ ਹੈ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਬਗ, ਓਏ ਹਰ ਕੇ ਸੰਤ ਨਾ ਆਖੀਆਂ, ਬਾ ਨਾਰਸ ਕੇ ਠੱਗ। ਭਗਤ ਕਬੀਰ ਸਾਹਿਬ ਕਹਿੰਦੇ ਇਹੋ ਜਿਹੇ ਠੱਗ ਨੇ ਜਿਨ੍ਹਾਂ ਦੇ ਕੋਲ ਰੂਹਾਨੀਅਤ ਦਾ ਕਿਣਕਾ ਨਹੀਂ, ਇਹਨਾਂ ਨੂੰ ਤੁਸੀਂ ਸੰਤ ਨਹੀਂ ਕਹਿ ਸਕਦੇ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਿੰਬਲ ਦੇ ਰੁੱਖ ਦੇ ਨਾਲ ਤੁਲਨਾ ਦੇ ਰਹੇ ਨੇ। ਇੱਕ ਵਿਦਵਾਨ ਹੈ, ਮਨੁੱਖ ਪੜ੍ਹਿਆ ਲਿਖਿਆ ਹੈ, ਤੇ ਜੇ ਉਹਦੇ ਕੋਲ ਗਰੀਬ ਘਰ ਦਾ ਬੱਚਾ ਫ੍ਰੀ ਟਿਊਸ਼ਨ ਲੈ ਕੇ ਚੰਗੀ ਤਾਲੀਮ ਹਾਸਲ ਨਾ ਕਰ ਸਕਿਆ, ਉਹਨੂੰ ਅਸੀਂ ਵਿਦਵਾਨ ਨਹੀਂ, ਉਹਨੂੰ ਅਸੀਂ ਸਿੰਬਲ ਰੁੱਖ ਹੀ ਆਖਾਂਗੇ। ਸਾਡੀ ਵਿਦਵਤਾ ਦਾ ਕੀ ਫਾਇਦਾ ਹੈ? ਦੇਖੋ ਵਿਦਵਤਾ ਦੇ ਨਾਲ ਕਮਾਈ ਕਰਨੀ ਜ਼ਰੂਰੀ ਹੈ, ਕਿਉਂਕਿ ਜਿਹੜਾ ਗੁਣ ਸਿੱਖਿਆ ਉਹਦੇ ਨਾਲ ਅਸੀਂ ਰੋਜੀ ਰੋਟੀ ਚਲਾਉਣੀ ਹੀ ਹੈ। ਪਰ ਇਕੱਲੀ ਸਾਡੀ ਰੋਜੀ ਰੋਟੀ ਨਾ ਬਣ ਜੇ, ਸਾਡੇ ਕੋਲ ਇਹੋ ਜਿਹਾ ਗੁਣ ਵੀ ਹੋਣਾ ਚਾਹੀਦਾ ਕਿ ਕਿਸੇ ਲੋੜਵੰਦ ਦਾ, ਕਿਸੇ ਗਰੀਬ ਦਾ ਭਲਾ ਕਰ ਸਕੀਏ। ਇੱਕ ਡਾਕਟਰ ਹੈ, ਉਹ ਆਪਣੇ ਮੈਡੀਕਲ ਸਟੋਰ ਦੇ ਉੱਤੇ ਜਾਂ ਡਿਸਪੈਂਸਰੀ ਦੇ ਵਿੱਚ ਜਾਂ ਆਪਣਾ ਜਿੱਥੇ ਵੀ ਉਹ ਡਿਊਟੀ ਕਰਦਾ ਹੈ, ਕਲੀਨਿਕ ਵੱਖਰੇ ਦੇ ਵਿੱਚ, ਉਹ ਲੋਕਾਂ ਦੇ ਕੋਲ ਪਰਚੀ ਦੀ ਫੀਸ ਲੈ ਕੇ ਤੇ ਉਹਨਾਂ ਦਾ ਚੈੱਕਅਪ ਕਰਦਾ। ਚੰਗੀ ਗੱਲ ਹੈ, ਉਹਨੇ ਮਿਹਨਤ ਕੀਤੀ ਹੈ, ਕਿਤਾਬਾਂ ਬੜੀਆਂ ਬੜੀਆਂ ਮੋਟੀਆਂ ਪੜ੍ਹਨੀਆਂ ਪੈਂਦੀਆਂ ਡਾਕਟਰਾਂ ਨੂੰ, ਮਿਹਨਤ ਲੈਣੀ ਚਾਹੀਦੀ ਹੈ। ਪਰ ਉਹਦੇ ਸਾਹਮਣੇ ਇੱਕ ਗਰੀਬ ਮਾਂ ਦਾ ਬੱਚਾ ਜਿਹੜਾ ਹੈ 10 ਰੁਪਏ ਦੀ ਦਵਾਈ ਤੋਂ ਬਿਨਾਂ ਤੜਫ ਤੜਫ ਕੇ ਮਰ ਜੇ, ਤੁਸੀਂ ਦੱਸੋ ਇਹੋ ਜਿਹੀ ਡਿਗਰੀ ਦਾ ਤੁਸੀਂ ਕੀ ਕਰੋਗੇ? ਕਾਫੀ ਸਮਾਂ ਪਹਿਲਾਂ ਮੈਂ ਇੱਕ ਟੀਵੀ ਸੀਰੀਅਲ ਦੇ ਵਿੱਚ ਨਾ ਇੱਕ ਐਪੀਸੋਡ ਵੇਖਿਆ ਸੀ। ਉਹ ਉੱਥੇ ਡਾਕਟਰਾਂ ਦੇ ਉੱਤੇ ਵਿਸ਼ੇ 'ਤੇ ਗੱਲ ਚੱਲ ਰਹੀ ਸੀ। ਇੱਕ ਮਾਂ ਆਈ ਜੀ, ਉਹਦੇ ਵਿੱਚ ਬੜੀ ਗਰੀਬਣੀ ਜੀ ਸੀ। ਉਹਨੇ ਆਣ ਕੇ ਫਰਿਆਦ ਦੱਸੀ, ਕਹਿੰਦੀ ਮੇਰਾ ਛੋਟਾ ਜਿਹਾ ਬੱਚਾ ਚੜ੍ਹਾਈ ਕਰ ਗਿਆ। ਕਾਰਨ ਪਤਾ ਕੀ ਸੀ? ਉਹਦੇ ਢਿੱਡ ਪੀੜ ਹੁੰਦੀ ਸੀ ਰਾਤ। ਉਹ ਇੰਨੀ ਕੁ ਗਰੀਬ ਸੀ, ਪੰਜਾਬ ਤੋਂ ਬਾਹਰ ਦੀ ਸੀ, ਉਹਦੇ ਕੋਲ 2 ਰੁਪਏ ਦੀ ਗੋਲੀ ਲੈ ਕੇ ਨਹੀਂ ਦਿੱਤੀ ਗਈ। ਉਹ ਦੁਕਾਨ 'ਤੇ ਗਈ ਤੇ ਮੈਡੀਕਲ ਸਟੋਰ ਵਾਲਾ ਕਹਿੰਦਾ ਕਿ ਮੈਂ ਪੈਸਿਆਂ ਤੋਂ ਬਿਨਾਂ ਗੋਲੀ ਨਹੀਂ ਦੇਣੀ। ਤੇ ਉਹ ਇੱਕ ਐਪੀਸੋਡ ਆਉਂਦਾ, ਚਲੋ ਮੈਂ ਇਹਨਾਂ ਦੀ ਮਸ਼ਹੂਰੀ ਤਾਂ ਨਹੀਂ ਬਹੁਤੀ ਕਰਦਾ, ਉਹਦੇ ਵਿੱਚ ਡਾਕਟਰ ਨੂੰ ਉਹਨਾਂ ਬੁਲਾਇਆ ਸੀ, ਪੁੱਛਿਆ ਸੀ ਇਸ ਗੋਲੀ ਦੀ ਕੀਮਤ ਕਿੰਨੀ ਹੈ। ਬਾਜ਼ਾਰੀ ਕੀਮਤ 2-4 ਰੁਪਏ ਸੀ ਪ੍ਰਿੰਟ। ਜਿਹੜੀ ਉਹਨਾਂ ਨੂੰ ਪਿੱਛੋਂ ਗੋਲੀ ਆਉਂਦੀ ਸੀ ਉਹ ਸਿਰਫ ਤੇ ਸਿਰਫ 25 ਪੈਸੇ ਦੀ ਗੋਲੀ ਸੀ। ਇੱਕ 25 ਪੈਸੇ ਦੀ ਗੋਲੀ ਨਹੀਂ ਉਹਨੇ ਦਿੱਤੀ। ਮਾਂ ਦਾ ਪੁੱਤ ਜਿਹੜਾ ਸੀ ਛੋਟਾ ਜਿਹਾ, ਅੱਧੀ ਰਾਤ ਤੜਫ ਤੜਫ ਕੇ ਮਰ ਗਿਆ। ਤੁਸੀਂ ਦੱਸੋ ਇਹੋ ਜਿਹੀ ਡਿਗਰੀ ਨੂੰ ਤੁਸੀਂ ਕੀ ਕਰੋਗੇ? ਇਹ ਇੱਕ ਕਹਾਣੀ ਹੈ, ਇੱਕ ਨਹੀਂ ਅਨੇਕਾਂ ਲੋਕ ਇਹੋ ਜਿਹੇ ਨੇ ਜਿਹੜਾ ਆਪਣਾ ਦਮ ਜਿਹੜਾ ਇਸੇ ਕਰਕੇ ਤੋੜ ਜਾਂਦੇ ਨੇ ਕਿ ਉਹਨਾਂ ਕੋਲ ਬਿਮਾਰੀ ਜੋਗੇ, ਇਲਾਜ ਕਰਾਉਣ ਜੋਗੇ ਪੈਸੇ ਕੋਈ ਨਹੀਂ ਹੁੰਦੇ। ਅਨੇਕਾਂ ਇਹੋ ਜਿਹੇ ਲੋਕ ਨੇ ਭੁੱਖ ਦੇ ਕਾਰਨ ਮਰ ਜਾਂਦੇ ਨੇ, ਉਹਨਾਂ ਨੂੰ ਕੋਲ ਖਾਣ ਦੇ ਲਈ 2 ਵਕਤ ਦੀ ਰੋਟੀ ਕੋਈ ਨਹੀਂ ਹੁੰਦੀ। ਅਨੇਕਾਂ ਇਹੋ ਜਿਹੇ ਲੋਕ ਨੇ ਜਿਹੜੇ ਪੈਂਦੀ ਹੋਈ ਠੰਡ ਦੇ ਵਿੱਚ ਮਰ ਜਾਂਦੇ ਨੇ, ਕਿਉਂਕਿ ਉਹਨਾਂ ਦੇ ਕੋਲ ਤਨ ਢੱਕਣ ਵਾਸਤੇ ਗਰਮ ਕੱਪੜਾ ਨਹੀਂ ਹੁੰਦਾ। ਇਹੋ ਜਿਹੇ ਅਨੇਕਾਂ ਲੋਕ ਨੇ ਜਿਹੜੇ ਗਰਮੀ ਦੇ ਵਿੱਚ ਮਰ ਜਾਂਦੇ ਨੇ, ਉਹਨਾਂ ਕੋਲ ਪੀਣ ਵਾਸਤੇ ਕਈ ਵਾਰੀ 2 ਘੁੱਟ ਪਾਣੀ ਵੀ ਨਹੀਂ ਹੁੰਦਾ। ਇਹ ਸਾਡੀ ਕਿਹੋ ਜਿਹੀ ਇਨਸਾਨੀਅਤ ਹੋਈ? ਅਸੀਂ ਆਪਣੀ ਵਿਦਵਤਾ ਦਾ ਜਿਹੜਾ ਹੈ, ਉਹ ਜਿਹੜਾ ਸਾਡਾ ਗਿਆਨ ਹੈ, ਉਹਦਾ ਮੁੱਲ ਲਈਏ, ਕਿਉਂਕਿ ਜਿਹੜੀ ਮਿਹਨਤ ਕੀਤੀ ਹੈ ਅਸੀਂ ਪਰਿਵਾਰ ਚਲਾਉਣਾ ਹੈ। ਪਰ ਇਕੱਲਾ ਮੁੱਲ ਹੀ ਨਾ ਇਕੱਠਾ ਹੋ ਜਾਵੇ, ਕਿਤੇ ਨਾ ਕਿਤੇ ਇਨਸਾਨੀਅਤ ਵੀ ਸਾਨੂੰ ਵੇਖਣੀ ਚਾਹੀਦੀ ਹੈ। ਇਹ ਬਾਹਰ ਦੇ ਹਾਲ ਨੇ ਤੇ ਧਾਰਮਿਕ ਲੋਕਾਂ ਦਾ ਵੀ ਇਹੋ ਹਾਲ ਹੈ। ਲੋਕ ਧਾਰਮਿਕ ਲੋਕਾਂ ਦੇ ਕੋਲ ਆਉਂਦੇ ਨੇ, ਸ਼ਾਇਦ ਇਹਦੇ ਕੋਲ ਬਾਣੀ ਸੁਣਨ ਨੂੰ ਮਿਲੇਗੀ, ਕੀਰਤਨ ਸੁਣਨ ਨੂੰ ਮਿਲੇਗਾ, ਸ਼ਬਦ ਸੁਣਨ ਨੂੰ ਮਿਲੇਗਾ, ਕਥਾ ਸੁਣਨ ਨੂੰ ਮਿਲੇਗੀ। ਪਰ ਜਦੋਂ ਤੁਸੀਂ 4 ਕੁ ਦਿਨ ਸਾਡੇ ਕੋਲ ਰਹੋਗੇ ਨਾ, ਜਿੰਨੀ ਮੈਂ ਬੇਨਤੀ ਕਰਾਂ ਸਾਡੇ ਲੋਕਾਂ ਦੇ ਵਿੱਚ ਈਰਖਾ ਭਰੀਏ, ਇੰਨੀ ਸ਼ਾਇਦ ਆਮ ਬੰਦੇ ਦੇ ਵਿੱਚ ਨਹੀਂ ਹੋਣੀ। ਆਮ ਬੰਦਾ ਕਿੱਥੇ ਜਾਵੇਗਾ? ਤੋਤੇ ਉੱਡ ਕੇ ਆਏ, ਪੰਛੀ ਆਏ ਸਿੰਬਲ ਦੇ ਕੋਲ। ਬੜਾ ਲੰਬਾ ਉੱਚਾ ਜਵਾਨ ਸੀ ਨਾ ਸਿੰਬਲ ਦਾ ਰੁੱਖ, ਉੱਡ ਕੇ ਵਿਚਾਰੇ ਮਿਹਨਤ ਕਰਕੇ ਉਹਦੇ ਟਾਹਣੀ ਦੇ ਉੱਤੇ ਬੈਠੇ ਫਲ ਖਾਣ ਲੱਗੇ। ਜ਼ੁਬਾਨ ਨੂੰ ਰਸ ਨਾ ਆਇਆ। ਕੋਈ ਸਾਡੇ ਕੋਲ ਆਉਂਦਾ ਹੈ, ਉਹਨੂੰ ਵੀ ਰਸ ਕੋਈ ਨਹੀਂ ਮਿਲਦਾ। ਤੂੰ ਆਪਣੇ ਆਪ ਨੂੰ ਵਿਦਵਾਨ ਨਾ ਆਖੀ, ਗਿਆਨਵਾਨ ਨਾ ਆਖੀ, ਇਨਸਾਨ ਨਾ ਆਖੀ, ਕਿਉਂਕਿ ਤੂੰ ਸਿੰਬਲ ਦੇ ਰੁੱਖ ਵਰਗਾ। ਹਾਲ ਤੇਰਾ ਵੀ ਇੱਦਾਂ ਦਾ, ਪੱਲੇ ਤੇਰੇ ਕੁਛ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸਿੰਬਲ ਰੁੱਖ
ਸਰਾਇਰਾ। ਇਹ ਮੈਂ ਤਾਂ 2-4 ਉਦਾਹਰਨਾਂ ਦੇ ਦਿੱਤੀਆਂ। ਅੱਜ ਸਾਡੇ ਸਮਾਜ ਦੇ ਵਿੱਚ ਇਨਸਾਨਾਂ ਦੀ ਡਿਗਰੀਆਂ ਦੀ ਕਮੀ ਨਹੀਂ, ਇਨਸਾਨੀਅਤ ਦੀ ਕਮੀ ਹੈ। ਬਹੁਤ ਥਾਂ ਤੁਸੀਂ ਇਹੋ ਜਿਹੇ ਵੇਖੋਗੇ ਜਿੱਥੇ ਪੈਸੇ ਤੋਂ ਬਿਨਾਂ ਕੰਮ ਕੋਈ ਨਹੀਂ ਹੁੰਦੇ। ਹਾਂ, ਪੈਸੇ ਤੋਂ ਬਿਨਾਂ ਕੰਮ ਕੋਈ ਚੱਲਦਾ ਵੀ ਨਹੀਂ ਹੈ, ਪਰ ਜਿੱਥੇ ਇਨਸਾਨੀਅਤ ਹੋਵੇ ਉੱਥੇ ਸਾਨੂੰ ਇਨਸਾਨੀਅਤ ਜ਼ਰੂਰ ਵੇਖਣੀ ਚਾਹੀਦੀ। ਇਹੋ ਸਿੱਖ ਨੂੰ ਜਿਹੜਾ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ ਹੋਇਆ। ਸਤਿਗੁਰੂ ਕਹਿਣਗੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਬੜਾ ਉੱਚਾ ਲੰਮਾ ਜਵਾਨ ਹੈ, ਰੱਬ ਨੇ ਤੈਨੂੰ ਅਹੁਦਾ ਦਿੱਤਾ ਹੈ, ਕੁਰਸੀ ਦਿੱਤੀ ਹੈ, ਬੜੀਆਂ ਸਲਾਮਾਂ ਤੈਨੂੰ ਹੁੰਦੀਆਂ ਨੇ, ਪਰ ਜੇ ਤੇਰੀਆਂ ਸਲਾਮਾਂ ਕਿਸੇ ਦਾ ਭਲਾ ਨਾ ਕਰ ਸਕਦੀਆਂ ਹੋਈਆਂ ਤੇ ਯਾਦ ਰੱਖੀ ਸਲਾਮ ਕਰਨ ਲੱਗਿਆਂ ਵੀ ਹੱਥ ਉੱਤੇ ਉੱਠਦਾ ਏ, ਤੇ ਜਿਸ ਵੇਲੇ ਕੋਈ ਧਾਵਾਂ ਮਾਰਦਾ ਹੱਥ ਉਦੋਂ ਵੀ ਉੱਤੇ ਉੱਠਦਾ ਏ। ਇਹਨੂੰ ਫਿਰ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ। ਇੱਕ ਮਨੁੱਖ ਤੁਹਾਨੂੰ ਸਲੂਟ ਕਰਦਾ ਏ, ਹੱਥ ਤਾਂ ਵੀ ਤਾਂ ਜਾਏਗਾ ਜਦੋਂ ਦੁਰਘਟਨਾ ਵਾਪਰਦੀ ਹੈ, ਜਦੋਂ ਕੋਈ ਦੁਹੱਥੜੇ ਮਾਰ ਕੇ ਰੋਂਦਾ ਹੱਥ ਤਾਂ ਵੀ ਉਤਰਨੇ ਨੂੰ ਜਾਂਦਾ ਹੈ। ਜੇ ਤੇਰੇ ਅੰਦਰ ਇਨਸਾਨੀਅਤ, ਤੂੰ ਸਲਾਮ ਨਹੀਂ ਕਰਵਾ ਸਕਦਾ, ਜੇ ਤੁਸੀਂ ਕਿਸੇ ਗਰੀਬ ਦਾ ਭਲਾ ਨਹੀਂ ਕਰ ਸਕਦੇ, ਯਾਦ ਰੱਖਿਓ ਇਹ ਸਲਾਮ ਨਹੀਂ, ਇਹ ਦੁਹੱਥੜੇ ਹੋਣਗੇ, ਉਹ ਰੋਣਗੇ ਤੁਹਾਡੀ ਜਾਨ ਨੂੰ। ਮੈਂ ਸਿੱਧੇ ਜਿਹੇ ਸ਼ਬਦ ਵਰਤ ਦਿੰਦਾ ਨਾ ਕਿ ਤੇਰੀ ਵਿਦਵਤਾ, ਤੇਰੇ ਗਿਆਨ ਨੂੰ, ਤੇਰੀ ਵਿਦਵਤਾ ਨੂੰ ਅਸੀਂ ਕੀ ਕਰਨਾ ਸੀ ਜੇ ਸਾਡਾ ਤੂੰ ਭਲਾ ਹੀ ਨਾ ਕਰ ਸਕਦਾ ਹੋਇਆ। ਮਿੱਠਤ ਸਤਿਗੁਰੂ ਇੱਥੇ ਕਹਿਣ ਲੱਗੇ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ। ਕਿ ਅੱਜ ਬਹੁਤ ਲੋਕ ਨੇ ਗੁਰੂ ਘਰਾਂ ਤੋਂ ਟੁੱਟਦੇ ਜਾਂਦੇ ਨੇ। ਅੱਜ ਬਹੁਤ ਲੋਕ ਨੇ ਜਿਨ੍ਹਾਂ ਤੋਂ ਇਨਸਾਨੀਅਤ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਅੱਜ ਜਿਹੜਾ ਸਮਾਂ ਆ ਰਿਹਾ ਨਾ, ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ। ਤੇ ਮੈਂ ਸੱਚੀ ਗੱਲ, ਵਿਸ਼ਵਾਸ ਗੁਰੂ ਦੀ ਹਜ਼ੂਰੀ 'ਚ ਕਹਿਣਾ ਤਾਂ ਨਹੀਂ ਚਾਹੀਦਾ, ਕਰਨਾ ਵੀ ਨਹੀਂ ਚਾਹੀਦਾ। ਲੋਕ ਇੰਨਾ ਕੁ ਵਿਸ਼ਵਾਸ ਤੋੜਦੇ ਨੇ ਨਾ, ਮੈਂ ਇੱਥੇ ਕਹਿ ਕੇ ਚੱਲ ਜਾਂਗਾ ਵਿਸ਼ਵਾਸ ਕਰ ਲਓ, ਪਰ ਕਿਤੇ ਵਿਸ਼ਵਾਸ ਕਰੀਏ ਅਸੀਂ? ਹੈ ਹੀ ਨਹੀਂ ਕਿਸੇ ਦੇ ਅੰਦਰ ਇਨਸਾਨੀਅਤ, ਕਿਸੇ ਦੇ ਅੰਦਰ ਇਨਸਾਨੀਅਤ ਨਹੀਂ ਹੈਗੀ। ਮੈਂ ਆਪਣੇ ਵੱਲ ਵੇਖਦਾ, ਇਹ ਜਦੋਂ ਕੋਈ ਸਾਡੇ ਕੋਲ ਆਉਂਦਾ ਹੈ ਨਾ, ਕੋਈ ਡਾਕਟਰ ਆ ਗਿਆ, ਕੋਈ ਮੁਲਾਜ਼ਮ ਆ ਗਿਆ, ਕੋਈ ਬਾਹਰੋਂ ਅੰਦਰੋਂ ਕੋਈ ਆ ਗਿਆ, ਸਾਨੂੰ ਆਖੇਗਾ ਬਾਬਾ ਜੀ ਕਿਤੇ ਲੋੜ ਪਈ ਤਾਂ ਦੱਸਿਓ। ਇੱਦਾਂ ਹੀ ਹੁੰਦਾ ਜਦੋਂ ਡਿਮਾਂਡ ਹੁੰਦੀ ਹੈ ਨਾ, ਨੌਕਰੀ ਲੱਗਣੀ ਹੈ ਜਾਂ ਘਰ 'ਚ ਸੁੱਖ ਦੁੱਖ ਬਣਿਆ, ਅਰਦਾਸ ਕਰਾਂਗੇ ਬਾਬਾ ਜੀ ਕਿਤੇ ਲੋੜ ਪਊ ਤਾਂ ਦੱਸਿਓ। ਅਤੇ ਜਿਸ ਵੇਲੇ ਹਰ ਬਾਬਿਆਂ ਨੂੰ ਲੋੜ ਪੈਂਦੀ ਹੈ ਤਾਂ ਫਿਰ ਛਿੱਲ ਰੱਜ ਕੇ ਬਾਬਿਆਂ ਦੀ ਲਾਉਂਦੇ ਆ। ਇਹ ਕੋਈ ਨਹੀਂ ਵੇਖਿਆ। ਮੈਂ ਗੁਰੂ ਦੀ ਹਜ਼ੂਰੀ 'ਚ ਬਹਿਨਾ, ਮੈਨੂੰ ਅੱਜ ਤੱਕ ਕਿਸੇ ਡਾਕਟਰ ਨੇ ਫ੍ਰੀ ਦਵਾਈ ਨਹੀਂ ਦਿੱਤੀ। ਕਿਸੇ ਸਰਕਾਰੀ ਮੁਲਾਜ਼ਮ ਨੇ ਕੋਈ ਪੈਸੇ ਦੀ ਕੋਈ ਗੱਲਬਾਤ ਹੋਵੇ, ਕਿਤੇ ਕਿਸੇ ਨੇ ਜਾ ਕੇ ਅੱਜ ਤੱਕ ਹੈਲਪ ਨਹੀਂ ਕੀਤੀ ਕਿ ਤੁਸੀਂ ਚਲੋ ਸਾਡੇ ਕੋਲ ਆਏ, ਸਾਨੂੰ ਤੁਸੀਂ ਮਿਲਦੇ ਵਰਤਦੇ ਤੇ ਅਸੀਂ ਤੁਹਾਨੂੰ ਇਨਸਾਨੀਅਤ ਦੇ ਨਾਂ 'ਤੇ ਕਰਦੀ। ਇਹ ਬਿਲਕੁਲ ਝੂਠ ਹੈ, ਖਰਾ ਝੂਠ ਹੈ। ਮੈਨੂੰ ਤਾਂ ਗੱਲ ਚੇਤੇ ਆਉਂਦੀ ਆਪਣੀ, ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮੈਂ ਪਾਸਪੋਰਟ ਬਣਾਇਆ ਨਾ, ਤੇ ਉਹ ਇਨਕੁਆਰੀ ਵਾਸਤੇ ਪੁਲਿਸ ਵਾਲੇ ਆ ਗਏ। ਚਲੋ ਮੈਂ ਕੱਲ੍ਹ ਵੀ ਕਿਹਾ ਸੀ ਰਿਕਾਰਡਿੰਗ 'ਚ ਕੁਝ ਗੱਲਾਂ ਅਸੀਂ ਕਰ ਨਹੀਂ ਸਕਦੇ ਹੁੰਦੇ। ਉਹਨਾਂ ਦੀ ਫੀਸ ਪਰਚੀ ਹੁੰਦੀ ਹੈ 100 ਰੁਪਈਆ। ਮੈਂ ਇਹ ਨਿੱਕੜ ਮੋਟਰ ਕੰਮ ਸਾਰੇ ਜਾਣਦਾ ਸਾਂ। ਉਹਨੂੰ ਮੈਂ 100 ਦਿੱਤਾ, ਮੈਨੂੰ ਕਹਿੰਦਾ ਬਾਬਾ ਜੀ 500 ਦਿਓ। ਮੈਂ ਆਖਿਆ, ਮੈਂ ਉਦੋਂ ਆਪਣੇ ਨਗਰ ਕਥਾ ਕਰਦਾ ਸੀ ਤੇ ਮਾਇਆ ਨਹੀਂ ਸੀ ਲੈਂਦਾ ਆਪਣੇ ਪਿੰਡੋਂ। ਇਹ ਮੇਰੀ ਆਦਤ, ਮੈਂ ਆਪਣੇ ਗੁਰਦੁਆਰੇ ਪੈਸੇ ਨਹੀਂ ਲੈਂਦਾ। ਤੇ ਮੈਨੂੰ ਉਹਨੇ ਇੱਕ ਗੱਲ ਕਹੀ, ਮੈਨੂੰ ਕਹਿੰਦਾ ਤੁਸੀਂ ਗਾਂ ਬੜੇ ਕਮਾਉਣੇ ਨੇ। ਤੇ ਮੈਂ ਉਸ ਦਿਨ ਵਾਕਈ ਕਿਹਾ, ਮੈਂ ਵਾਕਈ ਅਸੀਂ ਬੜੇ ਕਮਾਉਣੇ। ਮੈਂ ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ, ਅੱਜ ਤੁਸੀਂ ਕਹਿ ਰਹੇ ਜੇ, ਕੱਲ੍ਹ ਨੂੰ ਤੈਨੂੰ ਲੋੜ ਪੈ ਜੇ, ਤੂੰ ਅਰਦਾਸ ਕਰਾਉਣਾ ਵੇ, ਬਾਅਦ 'ਚ ਤੂੰ ਲਿਲਕੜੀਆਂ ਕੱਢਣੀਆਂ, 500 ਦਾ 1000 ਲੈ ਲਓ ਪਰ ਸਾਡਾ ਕੰਮ ਬਣਾ ਦਿਓ। ਆਹ ਲੋਕਾਂ ਦਾ ਹਾਲ ਜੇ। ਕੋਈ ਕਿਸੇ ਦਾ ਭਲਾ ਨਹੀਂ ਕਰਦਾ। ਮੈਂ ਉਹਨੂੰ ਕਿਹਾ, ਮੈਂ ਤਿਆਰ ਬਰ ਤਿਆਰ ਸਾ ਕਥਾ 'ਤੇ ਚੱਲਿਆ, ਮੈਨੂੰ ਅੱਜ ਵੀ ਯਾਦ ਹੈ ਤੇ ਮੈਨੂੰ ਭੁੱਲਦਾ ਨਹੀਂ। ਜਦੋਂ ਕੋਈ ਸਰਕਾਰੀ ਮੁਲਾਜ਼ਮ ਪੁਲਿਸ ਵਾਲਾ ਸਾਹਮਣੇ ਹੁੰਦਾ, ਮੈਨੂੰ ਉਦੋਂ ਚੇਤਾ ਆ ਜਾਂਦਾ ਹੈ ਕਿ ਜੇ ਉਹਨੇ ਤੇਰੀ ਛਿੱਲ ਆਉਣੀ ਨਹੀਂ ਛੱਡੀ, ਮੈਂ ਵੀ ਕਦੇ ਕਥਾ ਦੇ ਪੈਸੇ ਘੱਟ ਨਹੀਂ ਕਰਦਾ ਕਿਸੇ ਨੂੰ। ਸੱਚੀ ਗੱਲ ਹੈ। ਇਹ ਜੇ ਕੋਈ ਸਾਡਾ ਨਹੀਂ ਨਾ ਸੋਚਦਾ ਤੇ ਕਿਹੜੇ ਪਾਸੇ ਤੁਸੀਂ ਜਾਓਗੇ? ਇਹਦਾ ਮਤਲਬ ਇਹ ਨਹੀਂ ਪਏ ਵੱਟੇ ਦਾ ਵੱਟਾ ਆ, ਪਰ ਇੱਕ ਇਨਸਾਨੀਅਤ ਹੈ। ਉਹ ਮੈਨੂੰ ਕਹਿੰਦਾ ਬਾਬਾ ਜੀ ਮੈਂ ਤੁਹਾਡੀ ਕਥਾ ਨੂੰ ਕੀ ਕਰਾਂ, ਸਾਡੇ ਹੋਰ ਬੜੇ ਖਰਚੇ ਨੇ। ਤੇ ਯਾਦ ਰੱਖਿਓ, ਜੇ ਤੁਸੀਂ ਬਾਬਿਆਂ ਵਾਲੇ ਨਹੀਂ ਭਾਲੇ ਪਾਸੇ ਭਲਾ ਕਰ ਸਕਦੇ ਤੇ ਹੋਰ ਬਾਹਰ ਕਿਹਦਾ ਭਲਾ ਕਰਨਾ ਹੈ ਤੁਸੀਂ? ਸੋ ਸਤਿਗੁਰੂ ਕਹਿ ਲਗੇ ਫਲ ਫਿੱਕੇ ਫੁੱਲ ਬੱਕ ਬਕੇ, ਕੰਮ ਨਾ ਆਵੇ ਪਤ। ਇਹੋ ਜਿਹੇ ਲੋਕਾਂ ਦੀ ਨਾ ਕੁਰਸੀ ਕੰਮ ਆਉਂਦੀ ਹੈ, ਨਾ ਇਨਸਾਨੀਅਤ ਕੰਮ ਆਉਂਦੀ ਹੈ, ਨਾ ਰੁਤਬਾ ਕਿਸੇ ਕੰਮ ਆਉਂਦਾ ਹੈ। ਉਹ ਕੇਵਲ ਤੇ ਕੇਵਲ ਖਾਲੀ ਤੁਰ ਕੇ ਇੱਥੋਂ ਚਲੇ ਜਾਂਦੇ ਨੇ। ਅੱਗੇ ਸਤਿਗੁਰੂ ਕਹਿਣ ਲੱਗੇ ਮਿੱਠਤ ਨੀਵੀਂ ਨਾਨਕਾ। ਸਤਿਗੁਰੂ ਕਹਿੰਦੇ ਗੁਣ ਚੰਗਿਆਈਆਂ ਤੱਤ, ਸਾਰੇ ਗੁਣਾਂ ਦਾ ਤੱਤ ਸਾਰ ਇਹ ਹੈ ਕਿ ਮਨੁੱਖ ਦੇ ਕੋਲ ਮਿਠਾਸ ਹੋਵੇ। ਜਿਹਦੇ ਕੋਲ ਮਿਠਾਸ ਹੈ ਉਹਦਾ ਹਿਰਦਾ ਨਿਮਰਤਾ ਦੇ ਨਾਲ ਭਰਿਆ ਹੁੰਦਾ ਹੈ। ਹੁਣ ਚਲੋ ਇੱਥੇ ਰੁੱਖ ਦੀ ਗੱਲ, ਇਹਦੇ ਆਪਾਂ ਅਰਥ ਨਾ ਫਲਦਾਰ ਬੂਟੇ ਦੇ ਨਾਲ ਸਾਨੂੰ ਲਾ ਕੇ ਕਰਨੇ ਪੈਣਗੇ। ਸਿੰਮਲ ਦਾ ਰੁੱਖ ਹੈ, ਇਹਦੇ ਫਲ ਫਿੱਕੇ ਨੇ। ਅਨੇਕਾਂ ਸਾਡੇ ਕੋਲ ਫਲਦਾਰ ਇਹੋ ਜਿਹੇ ਹੁੰਦੇ ਨੇ ਬੂਟੇ, ਜਿਉਂ-ਜਿਉਂ ਉਹਨਾਂ ਦੇ ਵਿੱਚ ਰਸ ਭਰਦਾ ਉਹ ਤਿਉਂ-ਤਿਉਂ ਨਿਉਵੇਂ ਹੁੰਦੇ ਜਾਂਦੇ ਨੇ। ਘਰਾਂ ਦੇ ਵਿੱਚ ਆਮ ਅਮਰੂਦ ਲੱਗੇ ਹੁੰਦੇ ਨੇ, ਅਨਾਰ ਲੱਗੇ ਹੁੰਦੇ ਨੇ, ਅੰਬਾਂ ਦੇ ਹੁੰਦੇ ਨੇ, ਬਾਹਰ ਅੰਦਰ ਬਾਹਰ ਕਿਤੇ ਨਾ ਕਿਤੇ ਕੁਝ ਬੇਰੀਆਂ ਹੁੰਦੀਆਂ ਨੇ, ਇਹ ਜਾਂ ਪਪੀਤੇ ਸਾਡੇ ਲੱਗੇ ਹੁੰਦੇ ਨੇ। ਇਹ ਫਲਦਾਰ 5-7 ਫਲ ਜਿਹੜੇ ਸਾਡੇ ਆਮ ਘਰਾਂ 'ਚ ਮਿਲਦੇ ਨੇ। ਤੁਸੀਂ ਵੇਖੋ ਟਾਹਣੀਆਂ ਜਿਉਂ-ਜਿਉਂ ਫਲਾਂ ਦੇ ਨਾਲ ਭਰਦੀਆਂ ਜਾਂਦੀਆਂ ਨੇ, ਅਮਰੂਦਾਂ 'ਚ ਰਸ ਭਰਦਾ ਜਾਵੇਗਾ ਹਰੇ ਤੋਂ ਉਹ ਜਿਹੜੇ ਲਾਲਗੀ ਵੱਲ ਆਉਂਦੇ ਜਾਣਗੇ ਉਹ ਤਿਉਂ-ਤਿਉਂ ਝੁਕਦੇ ਜਾਣਗੇ।
ਜਿਹਦੇ ਅੰਦਰ ਰੂਹਾਨੀਅਤ ਦਾ ਗੁਣ ਟਿਕਦਾ ਹੈ, ਜਿਹਦੇ ਅੰਦਰ ਇਨਸਾਨੀਅਤ ਟਿਕਦੀ, ਉਹ ਮਨੁੱਖ ਝੁਕਣਾ ਸ਼ੁਰੂ ਹੋ ਜਾਂਦਾ ਜੇ। ਤੇ ਮੈਂ ਅੱਗੇ ਬੇਨਤੀ ਕਰਨੀ ਹੈ, ਝੁਕਣਾ ਦੋ ਤਰ੍ਹਾਂ ਦਾ ਹੈ। ਸਿਰਫ ਇੱਥੇ ਇੱਕ ਉਦਾਹਰਨ ਦੇਣੀ ਹੈ। ਜਿਸ ਵੇਲੇ ਮੈਂ ਇਹ ਸਟੱਡੀ ਕਰ ਰਿਹਾ ਸੀ ਨਾ, ਕਿ ਜਿਹੜਾ ਫਲਦਾਰ ਬੂਟਾ ਉਹ ਝੁਕ ਜਾਂਦਾ ਹੈ, ਪਰ ਯਾਦ ਰੱਖਿਓ ਝੁਕਣ ਲੱਗਿਆਂ ਇਹ ਗੁਣ ਹੈ, ਪਰ ਮੁਸੀਬਤਾਂ ਵੀ ਬੜੀਆਂ ਝੱਲਣੀਆਂ ਪੈਂਦੀਆਂ ਜੇ। ਸੁਣਿਓ, ਤੁਸੀਂ ਨਿਮਰਤਾ ਰੱਖਦੇ ਜੇ, ਤੁਹਾਡੇ ਅੰਦਰ ਇਨਸਾਨੀਅਤ ਹੈ, ਤੁਹਾਡੀ ਰਸਨਾ ਤੇ ਜ਼ੁਬਾਨ ਤੇ ਮਿਠਾਸ ਹੈ, ਤੁਸੀਂ ਇਹ ਬਾਣੀ ਦੇ ਸਿਧਾਂਤ ਤੇ ਚੱਲਦੇ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇ ਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਕੁਝ ਗੁਰਸਿੱਖ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣੇ ਜੀਵਨ 'ਚ ਇਹ ਸਿਧਾਂਤ ਨੂੰ ਲੈ ਕੇ ਚੱਲਦੇ ਨੇ। ਇੱਥੇ ਸਤਿਗੁਰੂ ਕਹਿ ਲੱਗੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਜਿਹਦੇ ਕੋਲ ਹਿਰਦੇ ਦੀ ਨਿਰਮਾਨਤਾ, ਉਹਦੀ ਰਸਨਾ ਤੇ ਮਿਠਾਸ ਹੋਵੇਗੀ। ਪਰ ਲੋਕ ਇਹਦਾ ਫਾਇਦਾ ਬੜਾ ਚੁੱਕਦੇ ਜੇ। ਲੋਕ ਤੁਹਾਡੀ ਨਿਮਰਤਾ ਦਾ, ਤੁਹਾਡੀ ਮਿਠਾਸ ਦਾ ਬਹੁਤ ਫਾਇਦਾ ਚੁੱਕਣਗੇ। ਮੇਰੇ ਮਨ 'ਚ ਜਦੋਂ ਮੈਂ ਪੜ੍ਹਿਆ, ਮੇਰੇ ਮਨ 'ਚ ਉਸੇ ਵੇਲੇ ਇੱਕ ਗੱਲ ਆਈ, ਸਿੰਮਲ ਦੇ ਰੁੱਖ ਨੂੰ ਕਦੀ ਕਿਸੇ ਨੇ ਵੱਟਾ ਨਹੀਂ ਮਾਰਿਆ, ਕਿਉਂਕਿ ਨਾ ਤੇ ਉਹਦਾ ਫਲ ਡਿੱਗ ਕੇ ਕਿਸੇ ਕੰਮ ਨਾਲ, ਨਾ ਜਦੋਂ ਵੱਟੇ ਵੱਜਦੇ ਨੇ ਫਲਦਾਰ ਰੁੱਖਾਂ ਨੂੰ ਹੀ ਵੱਟੇ ਵੱਜਦੇ ਨੇ। ਜਿਹੜੀਆਂ ਠੋਕਰਾਂ ਵੱਜਦੀਆਂ ਨੇ ਉਹ ਗੁਣ ਵਾਲੇ ਮਨੁੱਖਾਂ ਨੂੰ ਵੱਜਦੀਆਂ। ਜਿਹੜਾ ਹੈਗਾ ਹੀ ਠੱਗ ਹੈ, ਜਿਹਦਾ ਕੰਮ ਹੀ ਧੋਖੇਬਾਜ਼ੀ ਦਾ, ਉਹਨੂੰ ਕਦੀ ਠੋਕਰ ਨਹੀਂ ਵੱਜਦੀ। ਤੁਸੀਂ ਆਮ ਹੀ ਦੇਖੋਗੇ। ਮੇਰੇ ਮਨ 'ਚ ਇਹ ਗੱਲ ਆਈ ਜਦੋਂ ਮੈਂ ਪੜ੍ਹਿਆ ਕਿ ਜੋ ਬੇਰੀ ਦੇ ਅਸੀਂ ਬੇਰ ਤੋੜਦੇ ਹਾਂ, ਅਸੀਂ ਤੋੜਦੇ ਰਹੇ ਨਿੱਕੇ ਹੁੰਦੇ ਹਾਂ ਅਤੇ ਵੱਟੇ ਮਾਰਦੇ ਹੁੰਦੇ ਸਾਂ। ਉਹ ਪਤਾ ਹੈ ਬੇਰੀ ਨੂੰ ਵੱਟਾ ਮਾਰੋਗੇ ਤਾਂ ਬੇਰ ਤੁਹਾਨੂੰ ਮਿਲੇਗਾ। ਲੋਕ ਸਾਡਾ ਬਾਰ ਇਨਸਾਨੀਅਤ ਵਾਲੇ ਦਾ ਕੋਈ ਦਿਲ ਦਿਖਾਉਂਦਾ ਹੈ, ਉਹਨੂੰ ਪਤਾ ਜਿੰਨਾ ਮਰਜ਼ੀ ਦਿਲ ਦਿਖਾ ਲਓ, ਇਹਨੂੰ ਇਮੋਸ਼ਨਲ ਕਰਕੇ ਇਹਦੇ ਤੋਂ ਕੋਈ ਨਾ ਕੋਈ ਕੰਮ ਕਢਾਇਆ ਜਾ ਸਕਦਾ ਹੈ। ਇਹ ਪੰਕਤੀ ਨੂੰ ਮੈਂ ਅੱਗੇ ਜੋੜਨਾ ਤਾਂ ਥੋੜ੍ਹੀ ਜਿਹੀ ਇਹ ਤੁਹਾਨੂੰ ਹਿੰਟ ਦੇ ਦਿੱਤਾ ਕਿ ਇੱਕ ਬੜਾ ਤਗੜਾ ਗੁਣ ਹੈ, ਤੁਹਾਡੇ ਅੰਦਰ ਨਿਮਰਤਾ ਹੋਵੇ, ਅੰਦਰ ਦੀ ਮਿਠਾਸ ਹੋਵੇ। ਪਰ ਸਤਿਗੁਰੂ ਕਹਿਣ ਲੱਗੇ, ਵੇਖਿਓ ਇਹਨਾਂ ਕੁਝ ਲੋਕਾਂ ਤੋਂ ਬਚ ਵੀ ਜਾਇਓ, ਕੁਝ ਲੋਕ ਤੁਹਾਡਾ ਫਾਇਦਾ ਵੀ ਚੁੱਕਦੇ ਨੇ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਕਹਿੰਦੇ ਹਰ ਕੋਈ ਮਨੁੱਖ ਆਪਣੇ ਫਾਇਦੇ ਵਾਸਤੇ ਨਹੀਂ ਹੁੰਦਾ ਹੈ। ਕੋਈ ਤੁਹਾਡਾ ਗੁਣ ਵੇਖ ਕੇ ਜੇ ਆਖੋ ਨਾ ਵੀ ਮੇਰੇ ਗੁਣ ਦੀ ਤਾਰੀਫ ਕਰਦਾ ਹੈ, ਮੇਰੇ ਗੁਣ ਨੂੰ ਸਲਾਮਾਂ ਹੋ ਰਹੀਆਂ, ਇਹ ਗੱਲ ਬਿਲਕੁਲ ਝੂਠੀ ਜੇ। ਮੈਂ ਨਹੀਂ, ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਸਤਿਗੁਰੂ ਕਹਿੰਦੇ ਹਰ ਕੋਈ ਜੇ ਤੁਹਾਨੂੰ ਝੁਕ ਕੇ ਸਲਾਮ ਕਰਦਾ ਹੈ ਨਾ, ਕਿਹਨੂੰ ਸਲਾਮ ਹੋ ਰਹੀ ਹੈ? ਮਿੱਠਤ ਨੀਵੀਂ ਨਾਨਕਾ, ਜਿਹਦੇ ਕੋਲ ਮਿਠਾਸ ਆ ਗਈ, ਜਿਹਦੇ ਕੋਲ ਨਿਮਰਤਾ ਆ ਗਈ, ਉਹਦੇ ਅੱਗੇ ਝੁਕਿਆ ਜਾ ਰਿਹਾ, ਜੀ ਕੀਤਾ ਜਾ ਰਿਹਾ ਹੈ। ਕਿਉਂ ਕੀਤਾ ਜਾ ਰਿਹਾ? ਉਹਦਾ ਅੰਦਰ ਜਿਹੜਾ ਜੀ ਕਰ ਰਿਹਾ, ਉਹਦਾ ਆਪਣਾ ਕੋਈ ਸਵਾਰਥ ਹੈ। ਸਤਿਗੁਰੂ ਕਹਿੰਦੇ ਸਭ ਕੋ ਨਿਵੈ ਆਪ ਕੋ, ਕਹਿੰਦੇ ਹਰ ਕੋਈ ਮਨੁੱਖ ਆਪਣੇ ਸਵਾਰਥ ਵਾਸਤੇ ਤੁਹਾਡੇ ਅੱਗੇ ਨਿਵੇਗਾ। ਪਰ ਕੋ ਨਿਵੈ ਨਾ ਕੋਏ, ਪਰ ਕੋ ਦਾ ਅਰਥ ਹੈ ਪਰਾਏ ਵਾਸਤੇ, ਕਿਸੇ ਵਾਸਤੇ ਤੇਰੇ ਗੁਣ ਨੂੰ ਵੇਖ ਕੇ ਕੋਈ ਨਹੀਂ ਤੇਰੇ ਅੱਗੇ ਝੁਕੇਗਾ। ਸਾਨੂੰ ਆਮ ਲੋਕ ਇਹੋ ਜਿਹੇ ਮਿਲਦੇ ਨੇ, ਸਾਡੀ ਇਹਨਾਂ ਲੋਕਾਂ ਨਾਲ ਦੋਸਤੀ ਹੁੰਦੀ ਹੈ ਜਿਹੜੇ ਸਾਨੂੰ ਫੁੱਲੀਆਂ ਜ਼ਿਆਦੀਆਂ ਪਾਉਂਦੇ ਨੇ। ਅਸੀਂ ਉਹ ਸਾਡੇ ਅੱਗੇ ਪਿੱਛੇ ਜੀ ਕਰਦੇ, ਅਸੀਂ ਕਹਿੰਦੇ ਨਹੀਂ ਮੇਰਾ ਦੋਸਤ ਹੀ, ਬੈਸਟ ਫਰੈਂਡ ਹੀ ਇਹੋ, ਇਹ ਤੋਂ ਬੰਦਾ, ਇਹ ਤੋਂ ਬਿਨਾਂ ਕੋਈ ਬੰਦਾ ਹੀ ਨਹੀਂ ਹੈਗਾ। ਤੇ ਮੈਂ ਇੱਕ ਉਦਾਹਰਨ ਦੇਵਾਂ, ਆ ਤੁਸੀਂ ਸ਼ਹਿਰਾਂ ਵਾਲੇ ਸਵੇਰੇ ਬ੍ਰੈਡ ਖਾਂਦੇ ਜੇ ਨਾ ਮੱਖਣ ਲਾ ਕੇ, ਕਾਫੀ ਸਮਾਂ ਪਹਿਲਾਂ ਮੈਂ ਉਦਾਹਰਨ ਦਿੱਤੀ ਸੀ। ਮੱਖਣ ਦੋ ਤਰੀਕੇ ਨਾਲ ਬ੍ਰੈਡ 'ਤੇ ਲਾਇਆ ਜਾਂਦਾ ਹੈ, ਇੱਕ ਚੁਮਚੇ ਨਾਲ ਲਾਇਆ ਜਾਂਦਾ ਹੈ, ਇੱਕ ਛੁਰੀ ਦੇ ਨਾਲ ਲਾਇਆ ਜਾਂਦਾ ਹੈ। ਜਿਹੜਾ ਤੁਹਾਨੂੰ ਜ਼ਿਆਦਾ ਮਸਾਲਾ ਲਾਉਂਦਾ ਜਾਂ ਤੁਹਾਡੀ ਚੁਮਚਾਗਿਰੀ ਕਰੇਗਾ, ਕੋਈ ਆਪਣਾ ਫਾਇਦਾ ਕੱਢੇਗਾ, ਨਹੀਂ ਤੇ ਜਿਹੜਾ ਕਰਦ ਨਾਲ ਲਾਉਂਦਾ ਉਹ ਤੁਹਾਡੀਆਂ ਜੜ੍ਹਾਂ ਵੱਢੇਗਾ। ਇੱਕ ਗੱਲ ਯਾਦ ਰੱਖਿਓ, ਜਿਹੜਾ ਸੱਚਾ ਇਨਸਾਨ ਹੁੰਦਾ ਹੈ ਨਾ, ਉਹ ਜਿੱਥੇ ਤੁਸੀਂ ਗਲਤ, ਜੇ ਗਲਤ ਨੂੰ ਗਲਤ ਕਹੇਗਾ, ਸਹੀ ਨੂੰ ਸਹੀ ਕਹੇਗਾ। ਜੇ ਤੁਹਾਨੂੰ ਕੋਈ ਗਲਤ ਨੂੰ ਵੀ ਤੁਹਾਨੂੰ ਸਹੀ ਕਹਿ ਰਿਹਾ, ਇਹਦਾ ਮਤਲਬ ਉਹ ਤੁਹਾਡੇ ਅੱਗੇ ਚਮਚਾਗਿਰੀ ਕਰ ਰਹੇ ਆ। ਮੱਖਣ ਐਵੇਂ ਨਹੀਂ ਲੱਗਦਾ, ਮੱਖਣ ਦੋ ਤਰੀਕਿਆਂ ਨਾਲ ਲੱਗਦਾ, ਚਮਚੇ ਦੇ ਨਾਲ ਜਾਂ ਛੁਰੀ ਦੇ ਨਾਲ, ਇੱਦਾਂ ਸਾਰੇ ਲਾਉਂਦੇ ਨੇ। ਅਗਲੀ ਉਦਾਹਰਨ ਦੇਵਾਂ, ਜਦੋਂ ਮਨੁੱਖ ਨਿਵਦਾ ਹੈ, ਦੋ ਤਰ੍ਹਾਂ ਦਾ ਝੁਕਿਆ ਜਾਂਦਾ ਹੈ। ਇੱਕ ਅਸੀਂ ਮਾਂ ਬਾਪ ਦੇ ਚਰਨਾਂ ਦੇ ਵਿੱਚ ਝੁਕਦੇ ਆ, ਥੋੜ੍ਹਾ ਜਿਹਾ ਨੀਵਾਂ ਹੋ ਕੇ ਤੇ ਉਹਨਾਂ ਦੇ ਗੋਡੀ ਹੱਥ ਲਾ ਕੇ ਮੱਥਾ ਟੇਕ ਦਿੱਤਾ ਜਾਂਦਾ ਹੈ। ਕੁਝ ਲੋਕ ਇਹੋ ਜਿਹੇ ਨੇ ਪੈਰਾਂ ਦੇ ਉੱਤੇ ਹੀ ਲੰਮੇ ਪੈ ਜਾਂਦੇ ਨੇ, ਬਿਲਕੁਲ ਡੰਡੌਤ ਦੰਡਵਤ। ਜਿਹੜਾ ਝੁਕਦਾ ਹੈ ਉਹਦੀ ਤੇ ਆਸ ਹੈ ਕਿ ਗੋਡੀ ਹੱਥ ਲਾ ਕੇ ਮੋੜ ਆਵੇਗਾ। ਜਿਹੜਾ ਜ਼ਮੀਨ ਦੇ ਉੱਤੇ ਲੰਮਾ ਪਿਆ, ਹੋ ਸਕਦਾ ਉਹ ਲੱਤ ਖਿੱਚ ਦੇ, ਤੁਹਾਨੂੰ ਦੜ ਕਰਦਾ ਥੱਲੇ ਵੀ ਸੁੱਟ ਦੇਵੇ। ਸੋ ਜਿਹੜਾ ਲੋਕ ਜ਼ਿਆਦਾ ਤੁਹਾਡੇ ਅੱਗੇ ਝੁਕਦਾ ਹੈ, ਸਤਿਗੁਰਾਂ ਨੇ ਉਹਦੇ ਤੋਂ ਅੱਜ ਸਾਨੂੰ ਸੁਚੇਤ ਕੀਤਾ ਹੈ। ਪਰ ਅੱਜ ਸਾਡਾ ਸਿੱਖ ਸਮਾਜ ਜਾਂ ਇਨਸਾਨੀਅਤ ਹੀ ਕਹਿ ਦੇਵਾਂ ਮੈਂ, ਇੰਨੀ ਕੁ ਅਸੀਂ ਬਾਣੀ ਤੋਂ ਦੂਰ ਹਾਂ। ਅਸੀਂ ਥਾਂ ਥਾਂ 'ਤੇ ਠੋਕਰਾਂ ਥਾਂ ਹੀ ਖਾਂਦੇ ਹਾਂ, ਕਿਉਂਕਿ ਉਤਲੀ ਪੰਕਤੀ ਨੂੰ ਨਾਲ ਲੈ ਕੇ ਚੱਲਾਂਗੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਜੇ ਤੇਰੇ ਅੰਦਰ ਨਿਮਰਤਾ ਹੈ, ਕੋਮਲਤਾ ਹੈ, ਪਵਿੱਤਰਤਾ ਹੈ, ਰਸਨਾ ਮਿਠਾਸ ਦੇ ਨਾਲ ਭਰੀ ਹੈ, ਪਰ ਚਮਚੇਗਿਰੀ ਵਾਲਿਆਂ ਦੇ ਕੋਲੋਂ ਬਚ ਜਾਵੀਂ, ਇਹਨਾਂ ਨੇ ਤੇਰੇ ਪੱਲੇ ਕੁਛ ਨਹੀਂ ਛੱਡਣਾ। ਪਰ ਸਾਨੂੰ ਚੰਗੇ ਉਹ ਲੱਗਦੇ ਨੇ ਨਾ, ਬਾਂਦਰ ਵੀ ਤਾਂ ਫੁੱਲੀਆਂ ਕਰਕੇ ਫਸਦਾ ਹੈ। ਇਹ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਲੈ, ਲੀਨੀ ਹਾਥ ਪਸਾਰ ਛੂਟਣ ਕੋ ਸਹਿਸਾ ਪਰਿਓ ਮਨ ਬੌਰੋ ਨੇ, ਨਾਚਿਓ ਘਰ ਘਰ ਬਾਰ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ, ਮੈਂ ਸਮੇਂ 'ਚ ਰਹਿਣਾ। ਇਹ ਉਦਾਹਰਨ ਦੇ ਦੇਣਾ ਤੁਹਾਨੂੰ। ਬਾਂਦਰ ਨੂੰ ਪਤਾ ਕਿੱਦਾਂ ਫੜਿਆ ਜਾਂਦਾ? ਉਹ ਇੱਕ ਕੁੱਜੇ ਦੇ ਵਿੱਚ ਜਿਹੜਾ ਅਨਾਜ ਪਾ ਕੇ, ਖਿੱਲਾਂ ਪਾ ਕੇ,
ਜਾਂ ਛੋਲੇ ਪਾ ਕੇ ਜ਼ਮੀਨ 'ਚ ਦੱਬ ਦਿੰਦੇ ਨੇ, ਮੂੰਹ ਨਿਕਾ ਜਾਂਦਾ। ਹੁਣ ਬਾਂਦਰ ਉਹ 'ਚ ਹੱਥ ਪਾ ਜਾਂਦਾ ਹੈ, ਹੱਥ ਚਲਾ ਗਿਆ, ਜਿਸ ਵੇਲੇ ਛੋਲਿਆਂ ਦਾ ਮੁੱਠ ਭਰ ਕੇ ਬਾਹਰ ਨੂੰ ਕੱਢਦਾ, ਹੱਥ ਸਾਈਜ਼ ਵੱਡਾ ਹੋ ਗਿਆ, ਉਹ ਬਾਹਰ ਨਹੀਂ ਨਿਕਲਦਾ, ਉਹ ਕਦੀ ਛੱਡਦਾ ਹੈ ਕਦੀ ਫੜਦਾ ਹੈ, ਉਹ ਇਸੇ ਚੱਕਰ 'ਚ ਫੜਿਆ ਜਾਂਦਾ ਹੈ। ਫੁੱਲੀਆਂ, ਅਸੀਂ ਵੀ ਫੁੱਲੀਆਂ ਖਾਂਦੇ ਹਾਂ ਲੋਕਾਂ ਦੀਆਂ, ਕੋਈ ਸਾਡੀਆਂ ਝੂਠੀਆਂ ਤਾਰੀਫਾਂ ਕਰਦਾ, ਬੰਦਾ ਵੀ ਇਸੇ ਤਰੀਕੇ ਨਾਲ ਫਸ ਜਾਂਦਾ ਹੈ। ਜਦੋਂ ਉਹ ਅਗਲਾ ਕੰਮ ਕੱਢ ਜਾਂਦਾ ਹੈ, ਫਿਰ ਇਹ ਵਿਚਾਰਾ ਜਿਹੜੇ ਤਗੜੇ ਮਗਰਮੱਛ ਵਾਂਗੂ ਅਥਰੂ ਸੁੱਟ ਕੇ ਕਹਿੰਦਾ ਮੈਂ ਤੇ ਯਕੀਨ ਕਾਤੋਂ ਕੀਤਾ। ਬਾਣੀ ਕਹਿੰਦੀ ਤੈਨੂੰ ਪਹਿਲਾਂ ਹੀ ਕਿਹਾ ਸੀ ਇਹੋ ਜਿਹੇ ਮਨੁੱਖ ਦੇ ਉੱਤੇ ਯਕੀਨ ਨਾ ਕਰੀ, ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ। ਕਹਿੰਦੇ ਹਰ ਕੋਈ ਆਪਣੇ ਸਵਾਰਥ ਵਾਸਤੇ ਨਿਵਦਾ ਜੇ। ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਚਲੋ ਕਈ ਵਾਰੀ ਮਨ 'ਚ ਹੁੰਦਾ ਕਿ ਸਾਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ ਜੀ, ਅਸੀਂ ਧਰਮ ਨੂੰ ਨਹੀਂ ਮੰਨਦੇ, ਨੌਜਵਾਨਾਂ ਦੇ ਕਈ ਵਾਰੀ ਖੂਨ 'ਚ ਆ ਜਾਂਦਾ ਹੈ। ਮੈਂ ਤੁਹਾਨੂੰ ਇੱਕ ਸਲਾਹ ਦੇਣਾ, ਤੁਸੀਂ ਨਾ ਪੜ੍ਹੋ ਬਾਣੀ ਗੁਰੂ ਨੂੰ ਮੰਨ ਕੇ। ਜੇ ਤੁਸੀਂ ਤੁਹਾਡੇ ਮਨ 'ਚ ਨਾ ਵੀ ਮੈਂ ਗੁਰੂ ਨੂੰ ਗੁਰੂ ਨਹੀਂ ਮੰਨਦਾ, ਮੈਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ, ਨਾ ਗੁਰੂ ਮੰਨ ਕੇ ਬਾਣੀ ਪੜ੍ਹੋ। ਇਹਨੂੰ ਨੌਲੇਜ ਵਾਸਤੇ ਬਾਣੀ ਪੜ੍ਹ ਲਓ, ਤੁਹਾਨੂੰ ਹਰ ਪ੍ਰਕਾਰ ਦੀ ਇਹ 'ਚੋਂ ਹੀ ਨੌਲੇਜ ਮਿਲ ਜਾਵੇਗੀ। ਇੱਕ ਦੋ ਮੈਂ ਉਹ ਤੁਹਾਨੂੰ ਉਦਾਹਰਨਾਂ ਦੇ ਦੇਣਾ। ਇਹ 'ਚ ਰਾਗ ਦੇ ਹਰ ਤਰ੍ਹਾਂ ਦੀ ਰਾਗ ਵਿਦਿਆ ਹੈ ਜੀ ਇਹਦੇ ਵਿੱਚ। ਇੱਕ ਦਿਨ ਪਾਠ ਕਰਦੇ ਇੱਕ ਗੱਲ ਸਾਹਮਣੇ ਆਈ, ਸਾਇੰਸ ਨੇ ਨਾ ਕੁਝ ਸਮਾਂ ਪਹਿਲਾਂ ਇੱਕ ਸਰਚ ਕੀਤੀ ਕਿ ਇਨਸਾਨ ਜਿਹੜਾ ਹੈ ਉਹ ਇੱਕੋ ਹੀ 5 ਤੱਤਾਂ ਤੋਂ ਬਣਿਆ ਹੋਇਆ। 5 ਤੱਤਾਂ ਤੋਂ ਸਾਰੇ ਬਣੇ ਨੇ ਨਾ, ਪਰ ਕੋਈ ਮਨੁੱਖ ਦਾ ਰੰਗ ਸਾਵਲਾ ਹੈ, ਕਿਸੇ ਦਾ ਕਾਲਾ ਹੈ, ਕਿਸੇ ਦਾ ਗੋਰਾ ਹੈ, ਕਿਸੇ ਦੇ ਨੈਣ ਨਕਸ਼ੇ ਤਿੱਖੇ ਨੇ, ਕਿਸੇ ਦੇ ਫੀਨੇ ਜਿਹੇ ਨੇ, ਕਿਸੇ ਦਾ ਮੂੰਹ ਲੰਮਾ ਹੈ, ਕਿਸੇ ਦਾ ਗੋਲ ਹੈ। ਇਹਦਾ ਕਾਰਨ ਕੀ ਹੈ? ਤੁਸੀਂ ਵੇਖੋ ਫੋਰਨ ਕੰਟਰੀਆਂ, ਜਿੰਨੀਆਂ ਵੀ ਕੰਟਰੀਆਂ ਦੇਖੋ, ਹਰ ਇੱਕ ਦੀ ਰੂਪ ਰੇਖਾ ਵੱਖਰੀ ਹੈ ਸ਼ਕਲ ਦੀ। ਆਖਰ ਇਹਨਾਂ ਨੇ ਸਰਚ ਕਰਕੇ ਸਾਇੰਸ ਨੇ ਰਿਜ਼ਲਟ ਇਹ ਕੱਢਿਆ ਕਿ ਜਿਹੋ ਜੀ ਰੁੱਤ ਹੋਵੇਗੀ, ਜਿਹੋ ਜਿਹਾ ਮੌਸਮ ਹੋਵੇਗਾ, ਜਲਵਾਯੂ ਹੋਵੇਗਾ, ਜਿਹੋ ਜਿਹਾ ਪ੍ਰਭਾਵ ਹੈ, ਉਹੋ ਜਿਹੀ ਇਨਸਾਨ ਦੀ ਸ਼ਕਲ ਬਣ ਜਾਂਦੀ ਹੈ। ਤੁਸੀਂ ਦੇਖੋ ਜਿਹੜੇ ਸਾਡੇ ਪੰਜਾਬ ਦੇ ਲੋਕ ਕੁਝ ਸਾਲਾਂ ਤੋਂ ਇਹ ਫੋਰਨ ਕੰਟਰੀਆਂ 'ਚ ਰਹੇ ਨੇ, ਉਹਨਾਂ ਦੇ ਬੱਚੇ ਵੀ ਅੰਗਰੇਜ਼ਾਂ ਵਰਗੇ ਗਾਂ ਤਬਦੀਲ ਹੁੰਦੇ ਜਾਂਦੇ, ਕਿਉਂਕਿ ਉਹਨਾਂ ਦੀ ਜਲਵਾਯੂ ਉੱਥੋਂ ਪ੍ਰਭਾਵਿਤ ਕਰਦਾ ਹੈ। ਇਹ ਉਹ ਗੱਲ ਕਹਿ ਰਹੇ ਨੇ, ਸਾਇੰਸ ਨੇ ਸਰਚ ਕੀਤੀ ਹੈ, ਜਿਹੜੀ ਇੰਨੇ ਸਾਲਾਂ ਦੀ ਸਰਚ ਸੀ, ਇਹੋ ਰਿਜ਼ਲਟ ਨਿਕਲਿਆ ਕਿ ਜਲਵਾਯੂ ਪ੍ਰਭਾਵਿਤ ਕਰਦਾ ਹੈ। ਇਹਨੂੰ ਗੁਰੂ ਨਾਨਕ ਸਾਹਿਬ ਨੇ ਛੋਟੀ ਜੀ ਗੱਲ ਦੇ ਵਿੱਚ ਮੁਕਾ ਦਿੱਤਾ। ਕਹਿਣ ਲੱਗੇ ਜਿਹੀ ਰੁੱਤ ਕਾਇਆ ਸੁੱਤ ਤੇਹੀ ਦੇਹੋ, ਜਿਹੋ ਤੇਹੀ ਦੇਹੀ, ਜਿਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਹੀ। ਕਹਿ ਲੱਗੇ ਜਿਹੋ ਜੀ ਰੁੱਤ ਹੋਵੇਗੀ ਉਹੋ ਜੀ ਤੇਰੀ ਦੇਹੀ ਹੋ ਜਾਣੀ ਹੈ, ਰੁੱਤ ਦੇ ਮੁਤਾਬਕ ਤੇਰੇ ਸਰੀਰ ਦਾ ਢਾਂਚਾ ਬਣ ਜਾਣਾ। ਮੈਂ ਸੋਚਦਾ ਕੋਈ ਵਿਗਿਆਨੀ ਉਦੋਂ ਪੰਕਤੀ ਨੂੰ ਸਮਝ ਜਾਂਦਾ, ਇੰਨਾ ਲੰਮਾ ਚੌੜਾ ਕਰਨ ਦੀ ਲੋੜ ਨਹੀਂ। ਗੁਰੂ ਸਾਹਿਬ ਨੇ ਇੱਕ ਪੰਕਤੀ 'ਚ ਹੀ ਗੱਲ ਮੁਕਾ ਕੇ ਰੱਖ ਦਿੱਤੀ ਕਿ ਭਲਿਆ ਬਾਹਰੀ ਭੱਜਣ ਦੀ ਲੋੜ ਨਹੀਂ, ਤੇਰੀ ਸ਼ਕਲ ਤਾਂ ਬਦਲਦੀ, ਤੇਰਾ ਜਲਵਾਯੂ ਤੈਨੂੰ ਪ੍ਰਭਾਵਿਤ ਕਰਦਾ ਹੈ। ਇਹ ਮੈਂ ਤਾਂ ਬੇਨਤੀ ਕੀਤੀ, ਮਤਾਂ ਮਨ 'ਚ ਇਹ ਭੁਲੇਖਾ ਰੱਖਿਆ ਕਰੋ ਕਿ ਅਸੀਂ ਸਿੱਖਿਆ ਤਾਂ ਹੀ ਬਾਣੀ ਪੜ੍ਹਨੀ ਹੈ। ਤੁਸੀਂ ਨਹੀਂ ਗੁਰੂ ਨੂੰ ਮੰਨ ਕੇ ਬਾਣੀ, ਗੁਰੂ ਬਣ ਕੇ ਬਾਣੀ ਪੜ੍ਹਨੀ, ਨੌਲੇਜ ਵਾਸਤੇ ਬਾਣੀ ਪੜ੍ਹ ਲਓ, ਇਨਸਾਨੀਅਤ ਵਾਸਤੇ। ਅਸੀਂ ਕਹਿੰਦੇ ਨਾ ਕੋਈ ਮੈਂ ਚੰਗਾ ਇਨਸਾਨ ਕੋਈ ਲੱਭਾਂ, ਇਹ ਜਿਹੜਾ ਮੈਨੂੰ ਦੁਨੀਆਦਾਰੀ ਦੀ ਸੂਝ ਬਖਸ਼ੇ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਓ, ਤੁਹਾਨੂੰ ਥਾਂ ਥਾਂ 'ਤੇ ਠੋਕਰਾਂ ਖਾਣ ਦੀ ਲੋੜ ਨਹੀਂ ਪਵੇਗੀ। ਮੈਂ ਉਨੀ ਕੁ ਤੁਹਾਨੂੰ ਜਾਣਕਾਰੀ ਦੇ ਸਕਦਾ ਜਿੰਨਾ ਕੁ ਮੇਰਾ ਆਪਣਾ ਦਿਮਾਗ ਚੱਲਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਰ ਪ੍ਰਕਾਰ ਦਾ ਸਾਨੂੰ ਗਿਆਨ ਬਖਸ਼ਦੇ ਨੇ। ਚਲੋ ਮੈਂ ਸਮਾਪਤੀ ਕਰਾਂ, ਬਾਕੀ ਦੀ ਵਿਚਾਰ ਆਪਾਂ ਕੱਲ੍ਹ ਕਰਾਂਗੇ। ਸਤਿਗੁਰੂ ਜੀ ਮੈਂ ਜਿਹੜੀ ਗੱਲ ਅਰਜ਼ ਕਰ ਰਿਹਾ, ਸਤਿਗੁਰੂ ਕਹਿੰਦੇ ਹਰ ਕੋਈ ਆਪਣੇ ਹੀ ਮਤਲਬ ਨੂੰ ਨਿਭਦਾ ਹੈ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ, ਧਰ ਤਰਾਜੂ ਤੋਲੀਆ ਨਿਵੈ ਸੋ ਗੌਰਾ ਹੋਏ। ਕਹਿੰਦੇ ਕਿ ਤਰਾਜੂ ਦੇ ਵਿੱਚ ਵੇਖ ਲਿਓ, ਜਿਹੜਾ ਛਾਬਾ ਭਾਰੀ ਹੈ ਉਹ ਹੀ ਗੌਰਾ ਹੁੰਦਾ ਹੈ, ਉਹਨੂੰ ਹੀ ਜਿਹੜੀ ਪ੍ਰਧਾਨਤਾ ਮਿਲਦੀ ਹੈ, ਜਿਹਦੇ ਅੰਦਰ ਗੁਣ ਨੇ ਉਹੀ ਉਹ ਮਨੁੱਖ ਝੁਕਦਾ। ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਸਾਂਝੀ ਕਰਾਂਗੇ, ਕਿਉਂਕਿ ਸਮਾਂ ਮੇਰਾ ਹੋ ਗਿਆ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ, ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ